हंसराज ਉਹਦੇ ਦਾੜੀ ਰਖਾਤੀ, ਉਹਦੇ ਪੱਗ ਬਣਾਤੀ, ਠੀਕ ਹੈ। ਪਹਿਲਾਂ ਉਹਦੇ ਪਤਾ ਨਹੀਂ ਜੂਆਂ ਪੰਗਾਂ ਸੀ, ਵਾਲ ਜੇ ਖਿਲਾਰੀ ਜਾਂਦਾ ਹੁੰਦਾ ਸੀਗਾ। ਸਾਡੇ ਬਜ਼ੁਰਗਾਂ ਨੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ ਪੰਥ ਨੂੰ ਵੋਟਾਂ ਪਾਉਣੇ ਆ। ਪੰਥ ਨੂੰ ਬਹੁਤ ਚਿਰ ਪਾਂਗਾ, ਦਾਦੇ ਨੇ ਪਾਂਗਾ, ਮੇਰੇ ਡੈਡੀ ਨੇ ਪਾਂਗਾ, ਮੇਰੇ ਭਾਪੇ ਨੇ ਪਾਂਗਾ, ਅਸੀਂ ਪੰਥ ਨੂੰ ਨਹੀਂ ਪਾਉਂਦੇ। ਸਿੱਧੂ, ਝਾੜੂ, ਕਾਲੀ, ਕਾਂਗਰਸੀ ਜਿਹੜੇ ਹੋਰ ਵੀ ਆ, ਇਹ ਕਦੇ ਸਾਡੇ ਸਕੇ ਨਹੀਂ ਹੋ ਸਕਦੇ। ਮੇਰੀ ਸਰਕਾਰ ਦਾ ਕੀ ਮਤਲਬ ਹੋਇਆ? ਝਾੜੂ ਵਾਲੀ ਆ ਗਈ, ਮੰਨ ਕੇ ਚੱਲ ਮੈਂ ਝਾੜੂ ਨੂੰ ਵੋਟ ਪਾਈ, ਝਾੜੂ ਮੇਰੇ ਕੋਈ ਖੱਲੜੋਂ ਕੱਢਿਆ ਹੋਇਆ, ਮੈਂ ਕਹਾਂ ਮੇਰੀ ਸਰਕਾਰ। ਅਕਾਲੀ ਦਲ ਦੀ ਸਰਕਾਰ ਆ ਗਈ, ਇਹ ਕਹੇ ਅਕਾਲੀ ਦਲ ਮੇਰੀ ਸਰਕਾਰ। ਕਾਂਗਰਸ ਆ ਗਈ, ਸਰਕਾਰ ਲੋਕਾਂ ਦੀ ਹੈ, ਲੋਕਾਂ ਨੇ ਬਣਾਈ ਹੋਈ ਹੈ, ਪਰ ਇਹ ਕਹਿੰਦੇ ਸਾਡੀ ਸਰਕਾਰ। ਇੱਥੇ ਸਾਨੂੰ ਮਾਰ ਪੈਂਦੀ ਹੈ। ਚਲੋ ਠੀਕ ਆ, ਤੁਸੀਂ ਆਪਣੇ ਧਰਨੇ ਲਾ ਰਹੇ ਹੋ, ਕਹਿੰਦੇ ਜਿਹੜੇ ਕਰਿੰਦੇ ਵਿਚਾਰੇ 10-10 ਹਜ਼ਾਰ ਤੇ ਲੱਗੇ ਹੋਇਆ, 8-8 ਹਜ਼ਾਰ ਤੇ ਲੱਗੇ ਹੋਇਆ, ਉਹਨਾਂ ਦੀ ਰੋਜੀ ਰੋਟੀ ਕਿਉਂ ਮਾਰ ਰਹੇ ਹੋ? ਪੰਜਾਬ ਤਾਂ ਚੱਗੀ ਰੱਬ ਆਸਰੇ ਹੀ ਚੱਲਦਾ। ਜਦੋਂ ਬਾਹਰੋਂ ਦੇਸ਼ੋਂ ਕੋਈ ਅੰਗਰੇਜ਼ ਘੁੰਮਣ ਆਉਂਦੇ ਆ ਨਾ, ਉਹ ਤਾਂ ਆਹ ਜਿਹੜੀਆਂ ਸੜਕਾਂ 'ਤੇ ਫਿਰਦੀਆਂ ਗੱਡੀਆਂ, ਕੋਈ ਐਂ ਵੜ ਗਿਆ, ਕੋਈ ਐਂ ਵੜ ਗਿਆ, ਉਹ ਤਾਂ ਸੋਚਦੇ ਵੀ ਰੱਬ ਆਸਰੇ ਹੀ ਚੱਲਦਾ, ਤੇ ਚੱਲਦਾ ਵੀ ਰੱਬ ਆਸਰੇ ਹੀ ਹੈ। ਤੀਜਾ ਜਿਹੜਾ ਹੁਣ ਸਭ ਤੋਂ ਵੱਡਾ ਡਰਾਮੇਬਾਜ਼ ਕੌਣ ਸੀ, ਜਿਨ੍ਹਾਂ ਨੇ ਸ਼ਾਇਦ ਸਾਡੇ 'ਚ ਉਹਦੇ ਬੰਦਿਆਂ ਨੇ ਤਾਂ ਧਰਨੇ ਲਾਉਣੇ ਸਿਖਾਈ, ਕੇਜਰੀਵਾਲ ਨੇ। ਇਹ ਸਿਸਟਮ ਵੇਖੋ ਵੀ ਗੱਡੀ ਵੇਖ ਕੇ ਰੋਕਿਆ ਜਾਂਦਾ ਬੰਦਾ, ਵੀ ਜਿਹਦੇ ਕੋਲੇ 6 ਲੱਖ ਦੇ ਤੂੰ ਤਾਂ ਲੰਘ ਜਾ, ਤੇ ਤੇਰੇ ਕੋਲੇ 50,000 ਤੂੰ ਆ ਜਾ ਮਿੱਤਰਾ। ਸਿਸਟਮ ਹੈ ਕੋਈ ਦੇਸ਼ ਦਾ? ਸਤਿ ਸ੍ਰੀ ਅਕਾਲ ਜੀ, ਤੁਸੀਂ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਜਸ ਕਰੇਵਾਲ। ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਬੰਦ ਦਾ ਸੱਦਾ ਆ, ਜਾਂ ਉਹ ਕਹਿ ਲਈਏ ਕਿ ਕਿਸਾਨ ਜਥੇਬੰਦੀਆਂ ਨੇ ਬੰਦ ਦਾ ਐਲਾਨ ਕੀਤਾ ਆ। ਬੰਦ ਜਿਹੜੇ ਆ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਬੰਦ ਕੀਤੇ ਨੇ। ਅਸੀਂ ਅੱਜ ਜਿਹੜਾ ਆ ਧਰਨੇ ਕਵਰ ਕਰਕੇ ਅੱਜ ਲੰਘ ਰਹੇ ਸੀ, ਤਾਂ ਮੈਂ ਦੇਖਿਆ ਕਿ ਰਿਲਾਇੰਸ ਪੰਪ ਦੇ ਉੱਪਰ ਜਿਹੜਾ ਆ ਬੰਦ ਕੀਤਾ ਹੋਇਆ। ਰਿਲਾਇੰਸ ਪੰਪ ਨੂੰ ਕੁਝ ਨੌਜਵਾਨ ਇੱਥੇ ਬੈਠੇ ਨੇ। ਨੌਜਵਾਨੀ ਨੂੰ ਦੇਖਦੇ ਆ ਤਾਂ ਅੱਜ ਬਜ਼ੁਰਗਾਂ ਦੇ ਨਾਲੋਂ ਵਧੇਰੇ ਜਿਹੜੀ ਨੌਜਵਾਨ ਵਰਗ ਆ ਉਹ ਦਿਖਾਈ ਦੇ ਰਿਹਾ ਆ। ਉਹ ਚਾਹੇ ਤੁਸੀਂ ਟੋਲ ਪਲਾਜ਼ਿਆਂ ਦੀ ਗੱਲ ਕਰ ਲਓ, ਚਾਹੇ ਤੁਸੀਂ ਰਿਲਾਇੰਸ ਮਾਲ ਦੀ ਗੱਲ ਕਰ ਲਓ। ਜਦੋਂ ਹਰ ਨੌਜਵਾਨ ਦੇ ਨਾਲ ਗੱਲ ਹੁੰਦੀ ਹੈ ਤਾਂ ਨੌਜਵਾਨ ਇਹੀ ਕਹਿੰਦਾ ਕਿ ਸਾਡੇ ਹੱਕ ਸਾਥੋਂ ਖੋਏ ਜਾ ਰਹੇ ਨੇ, ਸਾਡੀਆਂ ਜ਼ਮੀਨਾਂ ਸਾਥੋਂ ਖੋਈਆਂ ਜਾ ਰਹੀਆਂ ਨੇ। ਅਸੀਂ ਆਪਣੀਆਂ ਜ਼ਮੀਨਾਂ ਕਿਸੇ ਵੱਡੇ ਘਰਾਣਿਆਂ ਨੂੰ ਨਹੀਂ ਦੇਣੀਆਂ। ਅਸੀਂ ਹੱਕ ਜਿਹੜੇ ਆ ਇਹਨਾਂ ਹਾਕਮਾਂ ਨੂੰ, ਇਹਨਾਂ ਸਰਕਾਰਾਂ ਨੂੰ ਨਹੀਂ ਦੇਵਾਂਗੇ। ਇੱਥੇ ਕੁਝ ਨੌਜਵਾਨ ਨੇ, ਇਹਨਾਂ ਦੇ ਨਾਲ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਕੀ ਨਾਮ ਹੈ ਬਾਈ ਜੀ? ਬਾਈ ਜੀ ਗੁਰਪ੍ਰੀਤ ਕੋਟਲੀ। ਕਿਹੜਾ ਪਿੰਡ ਜੀ? ਬਾਈ ਜੀ ਕੋਟਲੀ ਪਿੰਡ ਆਪਣਾ। ਅੱਛਾ, ਇਸ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜਿਹੜਾ ਇਸ ਵਕਤ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਆ? ਜਿਹੜਾ ਹੋ ਰਿਹਾ ਇਹ ਇੱਕ ਇਤਿਹਾਸ ਸਿਰਜ ਰਿਹਾ, ਕਿਉਂਕਿ ਦੇਖੋ ਜਦੋਂ ਕੌਮਾਂ 'ਤੇ ਭੀੜ ਪੈਂਦੀ ਆ ਉਦੋਂ ਹੀ ਉੱਠ ਖੜ੍ਹਦੇ ਆ ਲੋਕ, ਠੀਕ ਹੈ। ਜੇ ਆਪਾਂ ਦੇਖੀਏ ਵੀ ਇੱਕ ਲਹਿਰ ਉੱਠ ਰਹੀ ਆ ਹੁਣ, ਜਿਵੇਂ ਅਸੀਂ ਲਗਭਗ ਰਾਤ ਦੇ 8-9 ਵੱਜ ਗਏ, ਦਿਨ ਰਾਤ ਦਾ ਇਹ ਆਪਾਂ ਜਿਹੜਾ ਇੱਥੇ ਰਿਲਾਇੰਸ ਪੰਪ ਘੇਰਿਆ ਹੋਇਆ ਹੈ ਨਾ, ਅਤੇ ਸ਼ਾਂਤੀਪੂਰਵਕ ਸਾਡਾ ਨੌਜਵਾਨ ਆ ਜਿਹੜਾ ਇਹਦੇ 'ਚ ਪਾਰਟੀਸਪੇਟ ਕਰ ਰਿਹਾ। ਜਿਵੇਂ ਸਾਡੇ ਪਹਿਲਾਂ ਤਾਂ ਬਜ਼ੁਰਗ ਹੀ ਸੀਗੇ, ਜਿਵੇਂ ਆਪਾਂ ਕਹੀਏ ਜਿਹੜੇ ਘੋਲਾਂ ਦੇ ਵਿੱਚ ਲੱਗੇ ਹੋਏ ਸੀਗੇ, ਪਰ ਹੁਣ ਜਿਹੜਾ ਯੂਥ ਨਾਲ ਆਇਆ, ਸਾਨੂੰ ਵੀ, ਅਸੀਂ ਵੀ ਸੁਚੇਤ ਹੋਏ ਆਪਦੇ ਹੱਕਾਂ ਪ੍ਰਤੀ, ਅਤੇ ਸਾਨੂੰ ਵੀ ਲੱਗ ਰਿਹਾ ਵੀ ਯਾਰ ਹਾਂ ਸਾਨੂੰ ਆਪਦੇ ਬਜ਼ੁਰਗਾਂ ਦਾ ਸਾਥ ਦੇਣਾ ਚਾਹੀਦਾ। ਉਹਨਾਂ ਕੋਲ ਵੱਡਾ ਐਕਸਪੀਰੀਅੰਸ ਆਪਦੀ ਜ਼ਿੰਦਗੀ ਦਾ ਤਜਰਬੇ ਆ, ਵੱਡੇ ਘੋਲ ਲੜੇ ਹੈ, ਅਤੇ ਹੁਣ ਇੱਕ ਉਹ ਵੇਲਾ ਆ ਗਿਆ ਜਦੋਂ ਜਿਹੜੇ ਨੌਜਵਾਨ ਆਪਦੇ ਜਿਹੜੇ ਬਾਪੂਆਂ ਤੋਂ ਉਹ ਝੰਡਾ ਫੜ ਕੇ ਅਤੇ ਉਹ ਡੰਡਾ ਫੜ ਕੇ ਅੱਗੇ ਤੁਰਨ ਵਾਸਤੇ ਜਿਹੜੇ ਪ੍ਰੇਰਿਤ ਗਏ ਹੈ। ਬਈ ਬਜ਼ੁਰਗਾਂ ਦੇ ਵਿੱਚ ਇੱਕ ਤਾਂ ਖੁਸ਼ੀ ਵੀ ਆ ਕਿ ਸਾਡਾ ਨੌਜਵਾਨ ਅੱਗੇ ਆ ਰਿਹਾ, ਪਰ ਉਹਨਾਂ ਨੂੰ ਇੱਕ ਚਿੰਤਾ ਸਤਾ ਰਹੀ ਆ, ਕਿਉਂਕਿ ਜਿਹੜਾ ਨੌਜਵਾਨ ਖੂਨ ਆ ਉਹ ਕਹਿੰਦੇ ਗਰਮ ਬਹੁਤ ਹੁੰਦਾ। ਹੁਣ ਸਾਡੇ ਨਾਲ ਸਾਰਾ ਨੌਜਵਾਨ ਵਰਗ ਆ ਗਿਆ, ਅਸੀਂ ਨੌਜਵਾਨਾਂ ਨੂੰ ਸੰਭਾਲਾਂਗੇ ਕਿਵੇਂ? ਕਿਉਂਕਿ ਜੇਕਰ ਕੋਈ ਥੋੜ੍ਹਾ ਮੋਟਾ ਵੀ ਇੱਧਰ ਉੱਧਰ ਹੁੰਦਾ ਤਾਂ ਨੌਜਵਾਨ ਨੇ ਇਹ ਨਹੀਂ ਦੇਖਣਾ ਕਿ ਕੀ ਆ ਕਿ ਸਾੜ ਫੂਕ ਦੇ ਲਈ ਵੀ ਨੌਜਵਾਨ ਟਾਈਮ ਨਹੀਂ ਲਾਊਗਾ, ਕਿਉਂਕਿ ਗਰਮ ਖੂਨ ਦਾ, ਤੱਤਾ ਖੂਨ ਦਾ ਇਹ ਚਿੰਤਾ ਦਾ ਵਿਸ਼ਾ ਆ। ਇਹ ਚਿੰਤਾ ਦਾ ਵਿਸ਼ਾ ਹੈ ਨਹੀਂ ਗਾ, ਅਸਲ ਚਿੰਤਾ ਦਾ ਵਿਸ਼ਾ ਬਣਾਇਆ ਗਿਆ, ਕਿਉਂਕਿ ਜਿਹੜੀ ਸੱਤਾ ਧਿਰ ਦੀ ਪਾਰਟੀ ਆ, ਤੁਸੀਂ ਕੱਲ੍ਹ ਵੀ ਇਹਨਾਂ ਦੇ ਬਿਆਨ ਦੇਖੇ ਹੋਣੇ BJP ਦੇ, ਵੀ ਜੇ ਸਾਡੇ ਦਫ਼ਤਰਾਂ 'ਤੇ ਤੁਸੀਂ ਹਮਲੇ ਕਰੋਗੇ ਅਸੀਂ ਤੁਹਾਨੂੰ ਸਟਰਕਚਰਾਂ 'ਤੇ ਪਾ ਕੇ ਤੋਰੋਂਗੇ। ਮੇਰੀ ਗੱਲ ਸੁਣੋ, 4 ਜੂਨ ਤੋਂ ਲੈ ਕੇ ਹੁਣ ਤੱਕ ਲਗਭਗ ਕਿੰਨਾ ਹੀ ਸਮਾਂ ਬੀਤ ਗਿਆ, 6 ਮਹੀਨੇ ਹੋ ਗਏ ਲਗਾਤਾਰ ਇਸ ਘੋਲ ਨੂੰ, ਅਤੇ 3 ਮਹੀਨੇ ਤੋਂ ਲਗਾਤਾਰ ਇਹ ਘੋਲ ਭਖਿਆ ਹੋਇਆ। ਇੱਕ ਵੀ ਪੰਜਾਬ ਦੀ ਤੁਸੀਂ ਥਾਂ ਗਿਣਾ ਦਿਓ ਜਿੱਥੇ ਕਿਤੇ ਸਾਡੇ ਨੌਜਵਾਨਾਂ ਨੇ ਇੱਕ ਕਿਸੇ ਦਾ ਸ਼ੀਸ਼ਾ ਵੀ ਤੋੜਿਆ ਹੋਵੇ। ਇਹ ਤਾਂ ਸਿਰਫ ਕਿਉਂਕਿ ਜਿਹੜਾ ਕਿਸੇ ਵੀ ਘੋਲ ਨੂੰ ਫੇਲ ਕਰਨ ਵਾਸਤੇ ਉਹਨੂੰ 2 ਚੀਜ਼ਾਂ 'ਚ ਲੈ ਜਾਇਆ ਜਾਂਦਾ, ਜਾਂ ਤਾਂ ਉਹਨੂੰ ਰਾਜਨੀਤਿਕ ਰੰਗਤ ਦਿੱਤੀ ਜਾਂਦੀ ਹੈ ਜਾਂ ਧਾਰਮਿਕ ਰੰਗਤ। ਇਹ ਦੋਨੇ ਕੁਛ ਕਰ ਰਹੇ ਆ। ਹੁਣ ਦੇਖੋ ਕਿਤੇ ਦਾ ਸੁਖਬੀਰ ਬਾਦਲ ਟਰੈਕਟਰ ਪਾ ਕੇ ਭੱਜ ਜਾਂਦਾ ਹਰਸਿਮਰਤ ਨਾਲ ਲੈ ਕੇ, ਹੈ ਨਾ।
ਤੇ ਕਿਤੇ ਹੁਣ ਰਾਹੁਲ ਗਾਂਧੀ ਕੱਲ ਤੋਂ ਚੱਲ ਪੈਣਾ, ਕਿਤੇ ਨਿਹਾਲ ਸਿੰਘ ਵਾਲੇ ਤੋਂ ਟਰਾਲੀਆਂ ਭੰਨੀ ਜਾਊ, 3-4 ਦਿਨ ਉਹਨੇ ਲੋਕਾਂ ਦੇ ਬੜੇ ਤੜਾਉਣੇ ਆ, ਹੈਨਾ। ਇਹ ਪਾਰਟੀਆਂ ਕੀ ਆ, ਇਹਦਾ ਮਤਲਬ ਇਹ ਉਹ ਇਤਿਹਾਸ ਆ ਜਿਵੇਂ ਸਰਾਜੂਦੀਨ ਦੌਲਾ ਸੀਗਾ, ਉਹ ਕਦੇ ਹਰਦਾ ਨਹੀਂ ਸੀਗਾ ਅੰਗਰੇਜ਼ਾਂ ਤੋਂ। ਪਰ ਮੀਰ ਜਾਫਰ ਜਦੋਂ ਅੰਗਰੇਜ਼ਾਂ ਤੇ ਜਿਹੜਾ ਹੈਗਾ ਇਹਨਾਂ ਮੁਗਲਾਂ ਦੇ ਵਿਚਕਾਰ ਪਲਾਸੀ ਦੀ ਲੜਾਈ ਹੋਈ ਹੈ, ਐਡੀ ਜ਼ਿਆਦਾ ਫੌਜ ਸੀ ਸਰਾਜੂਦੀਨ ਦੌਲਾ ਦੀ, ਪਰ ਅੱਧੀ ਮੌਕੇ ਤੇ ਅੱਧੀ ਫੌਜ ਅੰਗਰੇਜ਼ਾਂ ਨਾਲ ਜਾਰ ਵਾਲੀ ਜਦੋਂ ਮੀਰ ਜਾਫਰ ਦੀ, ਤਾਂ ਉਹਨਾਂ ਦਾ ਲੱਕ ਟੁੱਟਿਆ। ਉਹਦੇ ਕਰਕੇ ਜਿਹੜਾ ਆਪਾਂ 250 ਸਾਲ ਜਿਹੜਾ ਅੰਗਰੇਜ਼ਾਂ ਦੇ ਗੁਲਾਮ ਰਿਹਾ ਭਾਰਤ, ਠੀਕ ਹੈ, ਉਵੇਂ ਇਹ ਆ, ਕਿਉਂਕਿ ਇਹ ਅੱਧੀ ਫੌਜ ਲੈ ਕੇ ਇਸ ਤਰ੍ਹਾਂ ਹੀ ਜਿਵੇਂ ਹੈਗਾ ਅਕਾਲੀ, ਕਾਂਗਰਸੀ ਤੇ ਹੋਰ ਜਿਹੜੀਆਂ ਵੀ ਸਿਆਸਤੀ ਪਾਰਟੀਆਂ ਜਿਹੜੀਆਂ ਆਪਦੇ ਝੰਡੇ ਥੱਲੇ ਇਹਨਾਂ ਨੂੰ ਕਰਨਾ ਚਾਹੁੰਦੀਆਂ, ਸਾਨੂੰ ਨੌਜਵਾਨਾਂ ਨੂੰ ਚਾਹੇ ਆਪਾਂ ਕਹੇ ਕਿਸ ਤਰੀਕੇ ਨਾਲ ਲਾਲਚ ਦੇ ਕੇ ਲੈ ਕੇ ਜਾਣਾ ਚਾਹੁੰਦੇ, ਉਹ ਕਹਿੰਦੇ ਆ ਵੀ ਇਹ ਇੱਕ ਵਾਰੀ ਨਾ ਧਿਆਨ ਭਟਕਾ ਦਿਓ, ਉਹ ਜਿਵੇਂ ਪਲਾਸੀ ਦੀ ਲੜਾਈ ਵਾਲਾ ਕੰਮ ਹੋ ਰਿਹਾ। ਦੂਜੇ ਪਾਸੇ ਇਹ ਘੋਲ ਨੂੰ ਜਿਹੜਾ ਹੈਗਾ ਹੁਣ ਇੱਕ ਧਾਰਮਿਕ ਤਰੰਗ ਤੇ ਦਿੱਤੀ ਜਾਣੀ ਆ। ਦੇਖੋ ਕਿੰਨਾ ਹੀ ਕੁਝ ਹੋਇਆ ਸਾਡੀਆਂ ਸਟੇਟਾਂ 'ਚ, ਇੰਡੀਆ ਦੇ ਵਿੱਚ ਇਹ ਹੁੰਦਾ ਵੀ ਲੋਕ ਹੱਕ ਮੰਗਦੇ ਆ ਜਦੋਂ ਆਪਦੇ, ਤਾਂ ਉਹਨਾਂ ਨੂੰ ਇਸ ਤਰ੍ਹਾਂ ਦਿੱਤਾ ਜਾਂਦਾ ਵੀ ਇਹ ਜਿਵੇਂ ਕਹਿਣਗੇ ਹਿੰਦੂ ਤੇ ਮੁਸਲਮਾਨ ਦੀ ਲੜਾਈ ਆ ਜਾਂ ਹਿੰਦੂ ਤੇ ਸਿੱਖ ਦੀ ਲੜਾਈ ਆ। ਹੁਣ ਜਿਹੜਾ ਇਹਦੇ ਸੰਨ ਲਾਉਣ ਦੀ ਕੋਸ਼ਿਸ਼ ਹੈ ਵੀ ਐਵੇਂ ਧੱਕੇ ਨਾਲ ਬਿਆਨ ਦਬਾਉਣ ਦੀ ਕੋਸ਼ਿਸ਼ ਆ ਵੀ ਯਾਰ ਤੁਸੀਂ ਤੋੜ ਭੰਨ ਕਰੋਗੇ। ਨੌਜਵਾਨ ਇੰਨੇ ਮੂਰਖ ਨਹੀਂਗੇ, ਬਹੁਤ ਪੜ੍ਹੇ ਲਿਖੇ ਆ, ਠੀਕ ਹੈ, ਕਿਤੇ ਇਹਨੂੰ ਖਾਲਿਸਤਾਨ ਮੂਵਮੈਂਟ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ ਵੀ ਯਾਰ ਆਉਣ ਵਾਲੇ ਟਾਈਮ 'ਚ ਪੰਜਾਬ ਦੇ ਵਿੱਚ ਲੋਕ ਇਕੱਠੇ ਹੋ ਗਏ ਪਤਾ ਨਹੀਂ ਦੰਗੇ ਕਰਨਗੇ। ਸਾਡੀ ਬੇਸਿਕ ਮੰਗ ਹੈ ਆ, ਸਾਡੇ ਜਿਹੜਾ ਹੈਗਾ ਪੂਰਵਜਾਂ ਨੇ ਇਸ ਧਰਤੀ ਦੇ ਵਿੱਚ ਆਪਦਾ ਖੂਨ ਡੋਲਿਆ, ਮੇਰਾ ਪਿਓ, ਮੇਰਾ ਦਾਦਾ, ਉਹਦੇ ਦਾਦਿਆਂ ਦੇ ਦਾਦਾ, ਇੱਥੋਂ ਤੱਕ ਕਿ ਅੱਜ ਤੋਂ 4-5 ਹਜ਼ਾਰ ਸਾਲ ਪੁਰਾਣੇ ਤੋਂ ਜ਼ਿਆਦਾ ਸੱਭਿਅਤਾ ਇੱਥੋਂ ਦੀ ਹੈ। ਸਾਡਾ ਪੋਰਸ ਜਿਹੜੇ ਦੇ ਵਿੱਚੋਂ ਗਾਂ ਪੁਰੇਵਾਲ ਵੰਸ਼ ਪੈਦਾ ਹੋਈ, ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਸੀ ਸਿਕੰਦਰ, ਠੀਕ ਆ, ਉਹਦੇ ਮੂਹਰੇ ਵੀ ਉਹਨੇ ਹੱਥ ਆਪਦੇ ਗੋਡੇ ਨਹੀਂ ਟੇਕੇ, ਲੜ ਕੇ ਜ਼ਰੂਰ ਹਾਰ ਗਿਆ। ਪਰ ਤੁਸੀਂ ਅਲੈਗਜ਼ੈਂਡਰ ਫਿਲਮ ਦੇਖੋ ਜਿਹੜੀ ਅੰਗਰੇਜ਼ਾਂ ਨੇ ਬਣਾਈ ਆ, ਪਰ ਜਿਹੜਾ ਉਹਨੂੰ ਇੱਥੋਂ ਇਸ ਪੰਜਾਬ ਦੀ ਧਰਤੀ ਤੋਂ ਜਿਹੜਾ ਘਾਹ ਲੱਗਿਆ ਉਹਦੇ ਕਰਕੇ ਸਿਕੰਦਰ ਦੀ ਮੌਤ ਹੁੰਦੀ ਹੈ ਗਾਂ ਜਾ ਕੇ। ਮਤਲਬ ਅਸੀਂ ਇੱਥੋਂ ਦੇ ਜੰਮੇ ਜਾਏ ਆ, ਸਾਡੇ ਬਜ਼ੁਰਗਾਂ ਨੇ, ਸਾਡੇ ਸ਼ਹੀਦਾਂ ਨੇ, ਗੁਰੂ ਸਾਹਿਬਾਨਾਂ ਨੇ ਇੱਥੇ ਬਾਣੀ ਰਚੀ, ਸਾਡੇ ਸ਼ਹੀਦਾਂ ਨੇ ਇੱਥੇ ਖੂਨ ਡੋਲਿਆ, ਸਾਡੇ ਭਗਤ ਸਿੰਘ ਵਰਗਾਂ ਨੇ ਆਜ਼ਾਦ ਕਰਾਏ। ਪਰ ਇਹ ਗੁਰਪ੍ਰੀਤ ਬਾਈ, ਇਹ ਚੀਜ਼ਾਂ ਇਹਨਾਂ ਦੇ ਰਾਜਨੀਤਿਕ ਪਾਰਟੀਆਂ ਦੇ ਸਮਝ ਕਿਉਂ ਨਹੀਂ ਪੈਂਦੀਆਂ? ਅਸੀਂ ਆਪਣੇ ਦਾਦੇ ਪੜਦਾਦਿਆਂ ਦੀਆਂ ਵੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਯਾਰ ਸਾਡੇ ਦਾਦੇ ਪੜਦਾਦੇ ਦੀ ਇਹ ਜ਼ਮੀਨ, ਸਾਡੇ ਦਾਦੇ ਪੜਦਾਦੇ ਦੀ ਪੈਲੀ ਆ, ਸਾਡੀਆਂ ਅਗਲੀਆਂ ਪੀੜ੍ਹੀਆਂ ਕੀ ਕਰਨਗੀਆਂ? ਅੱਜ ਜੇਕਰ ਅਸੀਂ ਹੁਣ ਜਿੰਨੇ ਵੀ ਧਰਨਿਆਂ ਦੇ ਵਿੱਚ ਧਰਨੇ ਨੂੰ ਕਵਰ ਕਰਦੇ, ਜਿਨ੍ਹਾਂ ਨਾਲ ਗੱਲਬਾਤ ਕਰਦੇ, ਉਹ ਇਹੀ ਕਹਿੰਦੇ ਆ ਕਿ ਯਾਰ ਰਾਜਨੀਤੀ ਚੱਲ ਰਹੀ ਆ, ਅਕਾਲੀ ਦਲ ਆਪਦੀ ਰਾਜਨੀਤੀ ਕਰ ਰਿਹਾ, ਝਾੜੂ ਵਾਲੇ ਆਪਦੀ ਕਰ ਰਹੇ ਆ, ਕਾਂਗਰਸੀ ਆਪਦੀ ਕਰ ਰਹੇ ਆ। ਤੁਹਾਨੂੰ ਲੱਗਦਾ ਜੇ ਇੱਕ ਝੰਡੇ ਥੱਲੇ ਇਹ ਇਕੱਠੇ ਹੋ ਜਾਣਗੇ? ਦੇਖੋ ਇਹ ਤਾਂ ਨਹੀਂ ਹੁੰਦੇ, ਕਾਰਨ ਹੈ ਇਹਨਾਂ ਦਾ ਸਿਆਸੀ ਜਿਹੜਾ ਹੈਗਾ, ਜੇ ਮੈਂ ਦੋ ਪਾਰਟੀਆਂ ਦੀ ਗੱਲ ਕਰਦੀ, ਤੀਜਾ ਜਿਹੜਾ ਹੁਣ ਸਭ ਤੋਂ ਵੱਡਾ ਡਰਾਮੇਬਾਜ਼ ਕੌਣ ਸੀ ਜਿਨ੍ਹਾਂ ਨੇ ਸ਼ਾਇਦ ਸਾਡੇ 'ਚ ਉਹਦੇ ਬੰਦਿਆਂ ਨੇ ਤਾਂ ਧਰਨੇ ਲਾਉਣੇ ਸਿਖਾਈ, ਕੇਜਰੀਵਾਲ ਨੇ, ਠੀਕ ਹੈ। ਕੱਲ ਬਹੁਤ ਮੰਦਭਾਗੀ ਗੱਲ ਹੋਈ ਆ ਕੁੜੀ ਨਾਲ ਜਿਹੜਾ ਵੀ ਹੋਇਆ, ਪਰ ਨਾਲ ਦੀ ਨਾਲ ਜੰਤਰ ਮੰਤਰ ਤੇ ਬਹਿ ਗਿਆ, ਕਿਉਂਕਿ ਯੂਪੀ ਦੇ ਵਿੱਚ ਆਪਦੀ ਜ਼ਮੀਨ ਤਰਾਸਦੇ ਆ, ਇੱਥੇ ਸਾਰਾ ਪਿੰਡ ਅੱਗ ਭਮੂਕਾ ਹੋਇਆ ਪਿਆ, ਸਾਰਾ ਪੰਜਾਬ ਧਰਤੀ ਤੇ ਇੱਕ ਧਰਨਾ ਲਾਇਆ ਨਹੀਂ, ਕਦੇ ਨਹੀਂ ਲਾਉਣਗੇ। ਆਹੀ ਨਵਜੋਤ ਸਿੰਘ ਸਿੱਧੂ ਹੈ, ਠੀਕ ਹੈ, ਸਾਰੇ ਚੱਟੇ ਵੱਟਿਆ। ਕੱਲ ਹਰੀਸ਼ ਰਾਵਤ ਨਾਲ ਜਦੋਂ ਅੰਦਰ ਖਾਤੇ ਹੋਈ ਗੱਲ, ਸੈਟਿੰਗ ਹੋਈ, ਤੇ ਵੀ ਭਾਈ ਤੈਨੂੰ ਜਦੋਂ ਉਪ ਮੁੱਖ ਮੰਤਰੀ ਐਲਾਨ ਦਿਆਂਗੇ ਜਾਂ ਤੈਨੂੰ ਜਿਹੜਾ ਪੰਜਾਬ ਪ੍ਰਧਾਨ ਲਾ ਦੇਂਗੇ, ਨਾਲ ਦੀ ਨਾਲ ਕੈਪਟਨ ਨੇ ਆ ਕੇ ਸੂਤਰਾਂ ਤੋਂ ਜਿਹੜੀ ਖਬਰ ਆ ਰਹੀ ਹੈ ਵੀ ਕੈਪਟਨ ਸਾਹਿਬ ਅਸਤੀਫਾ ਦੇ, ਅਸਤੀਫਾ ਨਹੀਂ ਕੁਰਸੀ, ਵੀ ਯਾਰ ਕਿਤੇ ਸਿੱਧੂ ਨਾ ਲਾਣੇ। ਅਸਲ ਦੇ ਵਿੱਚ ਇਹ ਸਾਰੇ ਸਿੱਧੂ, ਝਾੜੂ, ਕਾਲੀ, ਕਾਂਗਰਸੀ ਜਿਹੜੇ ਹੋਰ ਵੀ ਹੈ, ਇਹ ਕਦੇ ਸਾਡੇ ਸਕੇ ਨਹੀਂ ਹੋ ਸਕਦੇ। ਸਾਡੇ ਸਕੇ ਦਾ ਆਹ ਸਾਰੇ ਭਰਾ ਅਸੀਂ ਆ ਜਿਹੜੇ ਰਾਤ ਦੇ 2 ਵਜੇ ਤੱਕ ਮੱਛਰ ਲੜਾਈ ਜਾਂਦੇ ਆ, ਸਾਰਾ ਦਿਨ ਰਾਤ ਬੈਠੇ ਆ, ਠੀਕ ਹੈ। ਇਹ ਤੁਸੀਂ ਕਹਿਣਾ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਸਭ ਪਤਾ, ਰਾਜਨੀਤਿਕ ਪਾਰਟੀਆਂ ਘੋਲ ਨੂੰ ਖੇਰੂ ਕਰਨਾ ਚਾਹੁੰਦੀਆਂ। ਹੁਣ ਰਾਹੁਲ ਗਾਂਧੀ 3 ਦਿਨ ਲਾਊਗਾ ਇੱਥੇ, ਕੱਲ 2-3 ਵਾਰੀ ਇਹਨਾਂ ਨੇ ਆਪਦਾ ਸ਼ਕਤੀ ਪ੍ਰਦਰਸ਼ਨ ਕਰ ਲਿਆ। ਮਤਲਬ ਇਹਦੇ 'ਚੋਂ ਸਿਰਫ ਇਹ ਆ ਵੀ ਇਹਨਾਂ ਦਾ ਧਿਆਨ ਪੱਟਿਆ ਜਾਵੇ। ਹੁਣ ਇਹਨਾਂ ਨੇ ਇੱਕ ਚਾਲ ਵਰਤੀ ਸੀ, ਇਹਨਾਂ ਨੂੰ ਐਂ ਲੱਗਦਾ ਸੀਗਾ ਵੀ ਪੰਜਾਬ ਦਾ ਨੌਜਵਾਨ ਹੈ, ਪਹਿਲਾਂ ਤਾਂ ਇਹਨਾਂ ਨੇ ਬਦਨਾਮ ਕੀਤਾ ਵੀ ਬਹੁਤ ਨਸ਼ੇ 'ਚ ਆ ਜੀ, ਬਹੁਤ ਨਸ਼ੇ 'ਚ ਹੈ, ਤੁਸੀਂ ਪਿੰਡ ਜਾਵੜੋ ਕਿਤੇ 1% ਤੋਂ ਵੱਧ ਕਿਤੇ ਵੀ ਨਸ਼ੇੜੀ ਨਹੀਂ ਹੋਣਗੇ। ਮੈਂ ਕਹਿਣਾ ਜਵਾਨੀ 'ਚ ਬੰਦੇ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ, ਪੈਰ ਸਾਡੇ ਬਜ਼ੁਰਗਾਂ ਦੇ ਵੀ ਕਿਸੇ ਦਿਨ ਥੜਕੇ ਹੋਣਾ, ਸਾਡੇ ਵੀ ਥੜਕੇ ਹੋਣੇ ਆ। ਦੂਜੀ ਗੱਲ, ਇਹ ਮਾਈਗ੍ਰੇਟ ਹੋ ਗਈ, ਸਾਰੇ ਬੰਦੇ ਜ਼ਮੀਨਾਂ ਵੇਚ ਕੇ ਕੈਨੇਡਾ ਜਾਣਾ ਚਾਹੁੰਦੇ ਜੀ, ਆਸਟ੍ਰੇਲੀਆ ਜਾਣਾ ਚਾਹੁੰਦੇ ਆ, ਅਮਰੀਕਾ ਜਾਣਾ ਚਾਹੁੰਦੇ ਆ। ਅਸੀਂ ਜਾਣਾ ਚਾਹੁੰਦੇ ਆ ਭਵਿੱਖ ਵਾਸਤੇ, ਪਰ ਆਏ ਨਹੀਂ ਵੀ ਅਸੀਂ ਆਪਦੀ ਜੱਦੀ ਜ਼ਮੀਨ ਹੀ ਛੱਡ ਜਾਵਾਂਗੇ, ਅਸੀਂ ਵਾਪਸ ਇਸੇ ਧਰਤੀ ਜਾਵਾਂਗੇ। ਇਹ ਕਹਿੰਦੇ ਇੱਕ ਜਿਹੜਾ ਹੈਗਾ ਹਰ ਬੰਦਾ ਆਪਦੀ ਧਰਤੀ ਜਾ ਕੇ ਉੱਥੇ ਆ ਕੇ ਮਰਨਾ ਚਾਹੁੰਦਾ, ਕਿਉਂਕਿ ਇੱਥੇ ਸਕੂਨ ਆ। ਤੁਸੀਂ ਕੰਮ ਕਰਦੇ ਹੋ, ਘਰੇ ਮੁੜਨਾ ਚਾਹੁੰਦੇ ਆ, ਸਾਡਾ ਪੰਜਾਬ ਘਰ ਆ। NRI ਭਰਾ ਜਿਹੜੇ ਦੇਖੀ ਜਾਂਦੇ ਆ, ਉਹ ਵੀ ਇਹਦੇ ਪ੍ਰਤੀ ਚਿੰਤਤ ਆ, ਠੀਕ ਹੈ। ਪੰਜਾਬ ਇਕਜੁੱਟ ਆ, ਪੰਜਾਬ ਨੂੰ ਨਾ ਤਾਂ ਇਹ ਅੰਬਾਨੀ ਅਡਾਨੀ ਹਰਾ ਸਕਦੇ ਆ, ਨਾ ਮੋਦੀ, ਹਾਂ ਇਹਨਾਂ ਨੂੰ ਹਰਾ ਸਕਦਾ।
ਕਿਉਂਕਿ ਸਿਕੰਦਰ ਵਰਗਿਆਂ ਦਾ ਮਾਣ ਤੋੜਿਆ। ਉਦੋਂ ਬਾਅਦ ਜਿਹੜਾ ਹੋਰ ਬਥੇਰੇ ਵੱਡੇ ਪ੍ਰਾਈਮ ਮਿਨਿਸਟਰ ਆਏ ਜਿਨ੍ਹਾਂ ਨੇ ਸਾਡੇ ਉੱਤੇ ਬਹੁਤ ਤਰੀਕੇ ਨਾਲ ਹਮਲੇ ਕੀਤੇ, ਉਹਨਾਂ ਕੋਲੇ ਵੀ ਮੋਦੀ ਤੋਂ ਜ਼ਿਆਦਾ ਮੈਜੋਰਟੀ ਸੀਗੀ। ਪਰ ਇਹ ਭੁੱਲ ਜਾਂਦੇ ਆ, ਇਹ ਹਰੇਕ ਵਾਰੀ ਜਿਹੜਾ ਪੰਜਾਬੀਆਂ ਨੇ ਇਹਨਾਂ ਨੂੰ ਜਿਹੜਾ ਹੈਗਾ ਮੂੰਹ ਦੀ ਖਵਾਈ ਹੈ, ਤੇ ਮੋਦੀ ਵਰਗੇ ਹੁਣ ਵੀ ਮੂੰਹ ਦੀ ਖਾਣਗੇ। ਤੁਸੀਂ ਦੇਖੀ ਜਾਂਦੇ ਹੋ 6.5 ਕਰੋੜ ਫੋਲੋਅਰ ਹੈ ਤੇ ਟਵੀਟ ਪੰਜਾਬੀ 'ਚ ਕਰਨ ਲਾਤਾ। 50 ਰੁਪਏ ਕਣਕ ਦਾ ਜਿਹੜਾ ਹੈਗਾ ਮੁੱਲ, ਕਣਕ ਨੇੜੇ ਤੇੜੇ ਵੀ ਨਹੀਂ ਫੇਰ ਵਧਾਤਾ। ਮੰਡੀ ਦੀ ਖਰੀਦ ਪਹਿਲਾਂ ਚਲਾਤੀ। ਕਾਰਨ ਹੈ ਇਹ ਸਾਡਾ, ਇਹਨਾਂ ਦੀ। ਹੁਣ ਕੱਲ ਲਿਆਂਦਾ ਇੱਕ ਤੁਹਾਨੂੰ ਮੈਂ ਸੱਚ ਭੁੱਲਣਾ, ਹੰਸਰਾਜ, ਉਹਦੇ ਦਾੜੀ ਰਖਾਤੀ, ਉਹਦੇ ਪੱਗ ਬਣਾਤੀ, ਠੀਕ ਹੈ। ਪਹਿਲਾਂ ਉਹਦੇ ਪਤਾ ਨਹੀਂ ਜੂਆਂ ਪੰਗਾ ਸੀ, ਵਾਲ ਜੇ ਖਿਲਾਰੀ ਜਾਂਦਾ ਹੁੰਦਾ ਸੀਗਾ। ਚਾਹੇ ਆਪਾਂ ਤਾਂ, ਮੈਂ ਆਏ ਨਹੀਂ ਖੁਦ ਨਿੱਜੀ ਵਿਰੋਧ 'ਚ, ਪਰ ਤੂੰ ਮੈਨੂੰ ਦੇਖ ਯਾਰ, ਤੁਸੀਂ ਦੇਖੋ ਤੁਸੀਂ ਸਾਨੂੰ ਸਟਰਕਚਰ ਕਿਹੋ ਜਿਹਾ ਦੇ ਰਹੇ ਹੋ। ਉਹਨਾਂ ਨੂੰ ਆਇਆ ਵੀ ਅਸੀਂ ਪੰਜਾਬੀਆਂ ਨੂੰ ਇਹੋ ਜਿਹਾ ਫੇਸ ਦੇ ਦਿਆਂਗੇ, ਠੀਕ ਹੈ। ਜਿਵੇਂ ਸੁਖਬੀਰ ਬਾਦਲ, ਵੱਡਾ ਢਿੱਡ, ਠੀਕ ਹੈ, ਭਾਰੀ ਆਵਾਜ਼, ਗੜਕ ਕੇ ਬੋਲਣਾ, ਇਹ ਸਾਰਾ ਕੁਝ ਸਟਰਕਚਰ ਆ ਰਾਜਨੀਤੀ ਦਾ ਜਿਹੜਾ ਸਾਨੂੰ ਸਮਝਣਾ ਪੈਂਦਾ। ਇਹ ਲੋਕਾਂ ਨੂੰ, ਇਹਨਾਂ ਦੇ ਜਿਹੜੇ IAS IPS ਅਫਸਰ ਆ, ਉਹਨਾਂ ਤੋਂ ਸਕ੍ਰਿਪਟ ਲਿਖਾਉਂਦੇ ਆ, ਧਰਨਿਆਂ 'ਚ ਵਾੜਦੇ ਆ, CID ਹੁੰਦੀ ਆ, ਕਿਹੜੀ ਚੀਜ਼ ਕਿੱਥੇ ਮਾਰਨੀ ਹੈ। BJP ਨੇ ਜ਼ਮੀਨ ਤਲਾਸ਼ਣੀ ਆ। ਤੁਸੀਂ ਇਹ ਗੱਲ ਯਾਦ ਰੱਖਿਓ, ਇਹਨਾਂ ਨੇ ਅੰਤ ਤੇ ਇਹੀ ਕਹਿ ਦੇਣਾ ਜੀ ਇਹ ਤਾਂ ਹਿੰਦੂ ਮੁਸਲਮਾਨ ਦੀ ਲੜਾਈ ਹੈ। ਜਦ ਕਿ ਅੱਜ ਅਸੀਂ ਬੈਸਟ ਪ੍ਰਾਈਸ ਬੰਦ ਕੀਤਾ, 에ਅਰਲਾਈਨਸ ਵਾਲਾ ਬੰਦ ਕੀਤਾ, ਉੱਥੇ ਬੈਠੇ ਆ ਬਾਲੇ ਖੁਸ਼ਾ ਗੋਨਿਆਂ ਨੇ। ਮੰਡੀ ਵਾਲੇ ਤੇ ਜਾ ਕੇ ਪੁੱਛ ਲਾ, ਕਹਿਣਗੇ ਮਸਾਂ ਦੁਕਾਨਾਂ ਖੋਲ੍ਹਣ ਲੱਗ ਗਈਆਂ। ਇਹਨਾਂ ਨੇ ਤਾਂ ਜਮਾ ਬੇੜਾ ਪਾਤਾ ਹਰੇਕ ਦਾ। ਸਾਡੀਆਂ ਜ਼ਮੀਨਾਂ ਤੇ ਅੱਖ ਹੈ, ਉਹਨਾਂ ਦੇ ਦੁਕਾਨਾਂ ਤੇ ਅੱਖ ਹੈ। ਆੜਤ ਗਏ ਜਿਨ੍ਹਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਸੀ, ਕਦੇ ਮੁਸੀਬਤ ਪੈ ਜਾਏ ਜਾਂ ਜਵਾਕ ਬਿਮਾਰ ਹੋ ਜਾਏ ਮੇਰਾ, ਨਾਲ ਦੀ ਨਾਲ ਆੜਤੀ ਕੋਲੇ ਭੱਜਾਂਗੇ। ਤੇ ਇਹ ਇੱਥੇ ਅੰਡਾਨੀ ਸਾਨੀ ਸੁਣ ਲੈਣਗੇ ਵੀ ਅੰਡਾਨੀ ਸਾਹਿਬ ਸਾਡੇ ਤਾਂ ਜਵਾਕ ਬਿਮਾਰ ਹੈ ਜੀ, ਹੈਂ। ਇਹ ਕੀ ਹੈ? ਤੇ ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਇੰਨਾ ਕਲਚਰ ਹੈ, ਮੈਨੂੰ ਆਪ ਨੂੰ ਨਹੀਂ 12-15 ਸਾਲ ਤੱਕ ਪਤਾ ਸੀ ਵੀ ਅਸੀਂ ਹਿੰਦੂਆਂ ਦੇ ਸਿੱਖ ਹਾਂ। ਲੈ ਇੱਥੇ ਮਾਤਾ ਦੇ ਜਗਰਾਤਾ ਰੱਖ ਲੈਂਦੇ ਆ ਪਿੰਡ, ਤੇ ਸਾਰਾ ਪਿੰਡ ਮਾਤਾ ਦੇ ਜਗਰਾਤੇ ਤੇ ਹੋਣਾ। ਤੇ ਜੇਕਰ ਇੱਥੇ ਮੰਨ ਲਾ ਕੀਰਤਨ ਰੱਖ ਲੈਂਦੇ ਆ, ਤੇ ਸਾਰਾ ਪਿੰਡ ਕੀਰਤਨ ਤੇ ਚਾਹੇ ਤੂੰ ਯਾਰ ਉਹ ਦਰਗਾਹ ਵਾਲਾ ਲਾਲਾ ਕੁਛ ਨਾ ਕੁਛ। ਯਾਰ ਸਾਡੇ ਤਾਂ ਉਹ ਕੀੜੇ ਹੀ ਨਹੀਂਗਾ। ਇਹ ਤਾਂ UP ਬਿਹਾਰ 'ਚੋਂ ਲਿਆ ਕੇ ਸਾਡੇ 'ਚ ਭਰਨਾ ਚਾਹੁੰਦੇ ਆ, ਕਾਸਟਿਜ਼ਮ। ਅੱਛਾ, ਤੁਸੀਂ ਇੱਥੇ ਜਿਵੇਂ ਪੰਪ ਤੇ ਬੈਠੇ ਹੋ, ਇਹਨਾਂ ਦੁਆਰਾ ਨਹੀਂ ਕੁਝ ਕਿਹਾ ਜਾਂਦਾ ਕਿ ਯਾਰ ਥੋੜਾ ਬਹੁਤਾ ਸਾਨੂੰ ਸੇਲ ਕਰ ਲੈਣ ਤੋਂ, ਥੋੜੀ ਬਹੁਤੀ ਸਾਡੀ ਕਿਉਂ ਸੇਲ ਮਾਰੀ ਹੈ? ਕਿਉਂਕਿ ਜਦੋਂ ਕਿਤੇ ਗੱਲ ਕਰਦੇ ਕਹਿੰਦੇ ਯਾਰ ਚਲੋ ਠੀਕ ਆ, ਤੁਸੀਂ ਆਪਣੇ ਧਰਨੇ ਲਾ ਰਹੇ ਹੋ, ਕਹਿੰਦੇ ਜਿਹੜੇ ਕਰਿੰਦੇ ਵਿਚਾਰੇ 10-10 ਹਜ਼ਾਰ ਤੇ ਲੱਗੇ ਹੋਏ ਆ, 8-8 ਹਜ਼ਾਰ ਤੇ ਲੱਗੇ ਹੋਏ ਆ, ਉਹਨਾਂ ਦੀ ਰੋਜੀ ਰੋਟੀ ਕਿਉਂ ਮਾਰ ਰਹੇ ਹੋ? ਇਹ ਨਾ ਤੁਸੀਂ ਨੋਟ ਵੀ ਕਰ ਲਓ, ਸਾਡਾ ਜਿਹੜਾ ਹੈਗਾ ਨੰਬਰ ਵੀ ਹੈਗਾ, ਜਦੋਂ ਮਰਜ਼ੀ ਆ ਜੀ। ਇੱਕ ਵੀ ਗਰੇਵਾਲ ਸਾਹਿਬ ਇੱਕ ਬੰਦਾ ਲਿਆ ਦੀ ਜਿਹਦੀ ਰੋਟੀ ਸਾਡੇ ਕਰਕੇ ਰੁਕੀ ਹੋਵੇ। ਅਸੀਂ ਕਿਸਾਨ ਯੂਨੀਅਨ ਕੰਨੋਂ ਅਸੀਂ ਆ ਸਾਰੇ ਭਰਾ ਬੈਠੇ ਹਾਂ, ਚਾਹੇ ਸਾਨੂੰ ਸਾਰਿਆਂ ਨੂੰ 1000 ਪਾਉਣਾ ਪਏ, ਉਹਨੂੰ 10,000 ਤਨਖਾਹ ਦੇ ਕੇ ਆਵਾਂਗੇ ਜੇ ਕਿਸੇ ਦੀ ਛੁੱਟੀ ਆ। ਕਿਸੇ ਦੀ ਨਹੀਂ ਛੁੱਟੀ। ਇਹ ਸਿਰਫ ਗੱਲਾਂ, ਉਹਦਾ ਭਰਾ ਚਾਹੇ ਮੂੰਹ ਤੇ ਆ ਕੇ ਨਹੀਂ ਕਹਿ ਸਕਦੇ, ਪਰ ਖੁਸ਼ ਹੈ। ਜੇ ਯਾਰ ਇੱਥੇ ਇਹ ਤਾਂ ਵਿਚਾਰੇ 5 ਰੱਖੇ ਆ ਨਾ, ਇਹਨਾਂ ਨੂੰ ਤਾਂ 5-5 ਹਜ਼ਾਰ ਤਨਖਾਹ ਤੇ 25,000, ਠੀਕ ਹੈ। ਕੋਈ ਐਂ ਤਾਂ ਨਹੀਂ ਅਸੀਂ ਕਿਸੇ ਨੂੰ ਭਜਾਈ ਜਾਂਦੇ ਆ, ਅਸੀਂ ਤਾਂ ਸ਼ਾਂਤੀਪੂਰਵਕ ਹੈ ਤੇ ਇਹਨਾਂ ਦਾ ਤਨਖਾਹ ਚੱਲੀ ਜਾਂਦੀ ਹੈ। ਜੇ ਪਰ ਫਿਰ ਵੀ ਕਿਸੇ ਨੂੰ ਦਿੱਕਤ ਹੋਵੇ, ਅਸੀਂ ਯਾਰ ਸਾਰੇ 100-100 ਰੁਪਇਆ ਪਾ ਕੇ ਪਿੰਡ 'ਚੋਂ ਉਹਨੂੰ ਤਨਖਾਹ ਦੇ ਦਾਂਗੇ। ਜੇ ਕਿਸੇ ਵੀ ਪਿੰਡ ਦਾ ਇੱਕ ਵੀ ਮੁੰਡਾ ਕਿਤੇ ਜਿਹੜਾ ਕਿਸਾਨ ਯੂਨੀਅਨ ਦੇ ਧਰਨੇ ਤੇ ਕਰਕੇ ਜਾਂ ਤਾਂ ਪੰਪਾਂ ਤੋਂ ਹਟਿਆ ਹੋਵੇ, ਜਾਂ ਟੋਲ ਪਲਾਜ਼ਿਆਂ ਤੋਂ ਹਟਿਆ ਹੋਵੇ, ਜਾਂ ਰਿਲਾਇੰਸ ਮਾਰਕੀਟ 'ਚੋਂ ਕੱਢਿਆ ਹੋਵੇ, ਅਸੀਂ ਜ਼ਿੰਮੇਵਾਰੀ ਲੈਣਾ ਪੂਰੇ ਪੰਜਾਬ ਦੀ। ਬੜੀ ਚੰਗੀ ਗੱਲ ਆ ਬਾਈ ਜੀ। ਅੱਛਾ ਬਾਈ, ਆਪਣੇ ਅਕਾਲੀ ਦਲ ਦੇ ਹਨਾ ਜਿੱਦਾਂ ਰੈਲੀ ਨਿਕਲੀ ਆ, ਪਹਿਲਾਂ ਰੈਲੀ ਨਿਕਲੀ ਸੀ, ਤੇ ਆ ਕੱਲ੍ਹ ਨੂੰ ਵੀ ਕਾਂਗਰਸ ਦੀ ਕਹਿੰਦੇ ਆ। ਫਿਰ ਯਾਰ ਪਿੰਡ 'ਚੋਂ ਵੀ ਜਾਂਦੇ ਹੋਣਗੇ ਤੁਹਾਡੇ ਹਾਣ ਦੇ ਨੌਜਵਾਨ ਜਾਂ ਤੁਹਾਡੇ ਤੋਂ ਵੱਡੀ ਉਮਰ ਦੇ, ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਜੇਕਰ ਹਜੇ ਤੱਕ ਨਹੀਂ ਅਸੀਂ ਇਹਨਾਂ ਦੇ ਤਾਂਤੇ ਵਾਂਤੇ ਨੂੰ ਸਮਝੇ, ਤਾਣਾ ਬਾਣਾ ਜਿਹੜਾ ਰਾਜਨੀਤਿਕ ਪਾਰਟੀਆਂ ਬੁਣਦੀਆਂ, ਇਸ ਤੋਂ ਬਾਅਦ ਨਹੀਂ ਸਮਝਦੇ? ਹਾਂਜੀ, ਅਸੀਂ ਆ ਕੇ ਵੇਖਿਆ ਸੀ ਬਹੁਤ। ਕਹਿੰਦੇ ਸਾਨੂੰ ਤਾਂ ਜਿਹੜੇ ਅਕਾਲੀ ਕਹਿੰਦੇ ਅਸੀਂ ਅਕਾਲੀਆਂ ਮਗਰੀ ਜਾਣਾ ਹੈ, ਤੇ ਕਾਂਗਰਸੀ ਕਹਿੰਦੇ ਕਾਂਗਰਸੀਆਂ ਦੇ ਮਗਰੀ ਜਾਣਾ ਹੈ। ਜਿਹੜੇ ਵੀ ਜਿਵੇਂ ਅਸੀਂ ਸੀਗੇ, ਅਸੀਂ ਜਾਂਦੇ ਹਾਂ ਨਿੱਤ ਧਰਨਿਆਂ ਦੇ ਨਾਲ ਉਹਨੇ ਕਿਸਾਨ ਯੂਨੀਅਨ ਵਾਲਿਆਂ ਦੇ। ਕੀ ਲੱਗਦਾ ਥੋੜਾ ਬਹੁਤਾ ਸੇਕ ਕੇਂਦਰ ਨੂੰ ਲੱਗਿਆ? ਕਿਉਂਕਿ ਜਦੋਂ ਜਿਵੇਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕਰਦੇ ਆ, ਕਹਿੰਦੇ ਮੋਦੀ ਪੰਜਾਬੀ 'ਚ ਟਵੀਟ ਕਰਨ ਲਾਤਾ, ਜਿਹੜੇ ਹੈਲੀਕਾਪਟਰਾਂ ਤੇ ਸੀ ਉਹਨਾਂ ਨੂੰ ਅਸੀਂ ਟਰੈਕਟਰਾਂ ਤੇ ਲੈ ਆਂਦਾ। ਕੀ ਲੱਗਦਾ ਸੇਕ ਲੱਗਿਆ ਥੋੜਾ ਬਹੁਤਾ? ਹਾਂਜੀ, ਲੱਗਿਆ ਪੂਰਾ, ਬਹੁਤ ਜ਼ਿਆਦਾ। ਅੱਛਾ ਬਈ, ਇੱਕ ਹੋਰ ਦੱਸਿਓ ਭਰਾ ਜੀ ਕਿ ਜਦੋਂ ਅਸੀਂ ਮਿਲਦੇ ਆ ਨਾ ਨੌਜਵਾਨਾਂ ਦੇ ਨਾਲ, ਕਈ ਨੌਜਵਾਨਾਂ ਨੂੰ ਇਹੀ ਚੀਜ਼ ਨਹੀਂ ਪਤਾ ਹੁੰਦੀ ਯਾਰ ਕਿ ਸਾਡੇ ਬਿੱਲ ਹੈਗੇ ਕਿਹੜੇ ਨੇ। ਇਹ ਜਦੋਂ ਤੁਸੀਂ ਬੈਠਦੇ ਹੋ, ਜਿੱਦਾਂ ਹੁਣ ਚਲੋ ਵਿਹਲੇ ਬੈਠੇ ਹੋ, ਦੱਸਣ ਦੀ ਕੋਸ਼ਿਸ਼ ਕਰਦੇ ਹੋ ਜਿੰਨੇ ਕੁ ਨੌਜਵਾਨ ਇਕੱਠੇ ਹੁੰਦੇ ਆ ਕਿ ਯਾਰ ਆਹ ਆਪਣੇ ਜਿਹੜੇ ਮਾਰੂ ਬਿੱਲ ਆ ਰਹੇ ਆ? ਹਾਂਜੀ ਵੀਰ ਜੀ, ਤਕਰੀਬਨ ਸਾਡੇ ਧਰਨਿਆਂ ਦੇ ਵਿੱਚ ਇਹੀ ਗੱਲ ਚੱਲਦੀ ਹੈ। ਜਿਹੜੀ ਆਰਡੀਨੈਂਸ, ਜਿਹੜੇ ਬਿੱਲ 3 ਕਾਲੇ ਬਿੱਲ ਲੈ ਕੇ ਆਈ ਹੈ ਮੋਦੀ ਸਰਕਾਰ, ਕਿਵੇਂ ਸਾਥੋਂ ਇਹ ਜ਼ਮੀਨਾਂ ਸਾਡੀਆਂ ਅਕਵਾਇਰ ਕਰਨਗੇ, ਸਾਥੋਂ ਖੋਣਗੇ। ਸਾਡੀ ਜਿਹੜੀ ਇਹ ਜ਼ਮੀਨਾਂ ਦੇ ਨਾਲ ਸਾਡੀ ਜ਼ਿੰਦਗੀ ਜੁੜੀ ਹੋਈ ਹੈ। ਅਸੀਂ ਰੁੱਲ ਜਾਵਾਂਗੇ। ਅਸੀਂ ਆਪਦੇ ਨੌਜਵਾਨਾਂ ਨੂੰ ਧਰਨਿਆਂ ਦੇ ਵਿੱਚ ਸਾਡੇ ਬਜ਼ੁਰਗ ਹੈ, ਉਹ ਸਾਡੇ ਸੇਧ ਦਿੰਦੇ ਆ, ਉਹ ਦੱਸਦੇ ਆ ਹਰ ਰੋਜ਼ ਕਿ ਨੌਜਵਾਨ ਤਾਂ ਹੀ ਦੇਖੋ, ਯੂਥ ਜਿੰਨਾ ਵੀ ਇਕੱਠਾ ਹੋਇਆ ਉਹਨੂੰ ਸਮਝ ਆਈ ਹੈ। ਤੁਸੀਂ ਦੇਖਦੇ ਹੋ ਹਰ ਰੋਜ਼
ਤੁਸੀਂ ਵੀ ਧਰਨਿਆਂ ਤੋਂ ਜਾਂਦੇ ਹੋ, ਮੰਨ ਲਓ ਉਹਨਾਂ ਨੂੰ ਪਤਾ ਲੱਗਿਆ ਹੀ ਹੈ ਹਰ ਰੋਜ਼ ਕਿੰਨਾ ਜ਼ਿਆਦਾ ਯੂਥ ਆਇਆ ਅੱਗੇ ਪਰ ਉੱਠ ਕੇ। ਮੋਦੀ ਸਾਹਿਬ ਦਾ ਅੱਜ ਦਾ ਜਿਹੜਾ ਬਿਆਨ ਹੈ ਨਾ ਉਹ ਇਹ ਆਉਂਦਾ ਕਿ ਪਿਛਲੀ ਸਰਕਾਰ ਲਾਗੂ ਕਰਨਾ ਚਾਹੁੰਦੀ ਸੀ ਪਰ ਪਿਛਲੀ ਸਰਕਾਰ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਇਹਨਾਂ ਬਿੱਲਾਂ ਨੂੰ ਲਾਗੂ ਕਰ ਸਕੇ। ਅਸੀਂ ਹਿੰਮਤ ਦਿਖਾਈ ਆ ਤੇ ਅਸੀਂ ਲਾਗੂ ਕੀਤੇ ਆ। ਅੱਜ ਦਾ ਬਿਆਨ ਦੇਖੋ ਇਹ ਤਾਂ ਹੈ, ਮਨਮੋਹਨ ਸਿੰਘ ਵੇਲੇ ਇਹ ਬਿੱਲ ਲੈ ਕੇ ਮਨਮੋਹਨ ਸਿੰਘ ਸਰਕਾਰ ਆਈ ਸੀ, ਕਾਂਗਰਸ ਗਵਰਨਮੈਂਟ ਲੈ ਕੇ ਆਈ ਸੀ, ਇਹਦੀ ਬਹੁਮਤ ਮੰਨ ਲਓ ਵੀ ਪਾਰਲੀਮੈਂਟ ਦੇ ਵਿੱਚ ਆ ਗਈ ਤਾਂ ਇਹਨੇ ਇਹ ਬਿੱਲ ਜਿਹੜਾ ਇਹ ਸਾਡੇ ਉੱਤੇ ਲਾਗੂ ਕਰਤਾ, ਥੋਪ ਦਿੱਤਾ ਤਾਂ ਲੇਕਿਨ ਇਹਦੇ ਉੱਤੇ ਗਵਰਨਮੈਂਟ ਨੂੰ, ਮੋਦੀ ਸਰਕਾਰ ਨੂੰ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ। ਸਾਡੇ ਪੰਜਾਬ ਦੇ ਵਿੱਚੋਂ ਜਿੰਨੀਆਂ ਵੀ ਸਟੇਟਾਂ ਹੈ ਜਾਂ ਪਹਿਲਾਂ ਵੀ ਜਿੱਥੇ ਵੀ ਨੇ ਯੂਪੀ ਬਿਹਾਰ ਦੇ ਵਿੱਚ ਇਹ ਬਿੱਲ ਲਾਗੂ ਕੀਤੇ ਆ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸੀ, ਉਹਨਾਂ ਤੋਂ ਜਾਣਕਾਰੀ ਲੈਣੀ ਸੀ ਵੀ ਤੁਹਾਨੂੰ ਇਹਦਾ ਫਾਇਦਾ ਜਾਂ ਨੁਕਸਾਨ ਕੀ ਹੈ। ਇੱਥੇ ਸਰਕਾਰ ਨੇ ਥੋੜੀ ਮਾਰ ਖਾਧੀ ਹੈ ਵੀ ਉਹਨਾਂ ਨੇ ਸਾਥੋਂ ਯੂਨੀਅਨਾਂ ਤੋਂ ਵੀ ਮੰਨ ਲਓ ਜਿਹੜੇ ਸਾਡੇ ਕਿਸਾਨ ਵੀਰ ਸੀ, ਜਿਹੜੇ ਸਾਡੇ ਲੀਡਰ ਹੈ, ਉਹਨਾਂ ਤੋਂ ਜਾਣਕਾਰੀ ਨਹੀਂ ਲਈ, ਉਹਨਾਂ ਵਿੱਚ ਬਿੱਲਾਂ ਦੇ ਵਿੱਚ ਉਹਨੇ ਕੋਈ ਨਾ ਕੋਈ ਸੋਧ ਕਰਨੀ ਸੀ। ਇੱਥੇ ਗਵਰਨਮੈਂਟ ਜਿਹੜੀ ਹੈ ਪਿੱਛੇ ਵੱਲ ਗਈ ਹੈ, ਨਾਲੇ ਸਾਡੇ ਨਾਲ ਧੋਖਾ ਹੋ ਰਿਹਾ ਹੈ, ਤਾਂ ਇਸ ਕਰਕੇ ਕੁਛ ਨਾ ਕੁਛ ਗਵਰਨਮੈਂਟ ਸਾਨੂੰ ਕਿਤੇ ਨਾ ਕਿਤੇ ਫੇਲ ਕਰਨਾ ਚਾਹੁੰਦੀ ਹੈ। ਦੱਸਿਓ ਜਿਵੇਂ ਹੁਣ ਯੂ ਟਰਨ ਕੀਤਾ ਅਕਾਲੀ ਦਲ ਨੇ, ਬਾਦਲ ਸਾਹਿਬ ਦੀ ਵੀਡੀਓ ਆਉਂਦੀ ਆ ਜਿਹਦੇ ਵਿੱਚ ਉਹ ਪੂਰਾ ਹਮ ਕਿ ਬਹੁਤ ਵਧੀਆ, ਉਸ ਤੋਂ ਬਾਅਦ ਬੀਬਾ ਜੀ ਦੀ ਆਉਂਦੀ ਆ, ਛੋਟੇ ਬਾਦਲ ਸਾਹਿਬ ਦੀ ਆਉਂਦੀ ਆ, ਫਿਰ ਇੱਕਦਮ ਕੀ ਹੁੰਦਾ, ਬੜਾ ਵੱਡਾ ਯੂ ਟਰਨ ਹੁੰਦਾ ਕਿ ਅਸਤੀਫੇ ਵੀ ਦਿੱਤੇ ਜਾਂਦੇ ਆ, ਆਪਣਾ ਗੱਠਜੋੜ ਵੀ ਤੋੜ ਲਿਆ ਜਾਂਦਾ। ਇਹ ਕੀ ਕਾਰਨ ਰਹੇ ਜਾਂ ਪਹਿਲਾਂ ਇੰਨਾ ਦੇਖ ਰਹੇ ਸੀ ਕਿ ਕਿਉਂਕਿ ਧਰਨੇ ਅੱਗੇ ਵੀ ਲੱਗਦੇ ਆ, ਕਿਸਾਨ ਜਥੇਬੰਦੀਆਂ ਅੱਗੇ ਵੀ ਇਕੱਠੀਆਂ ਹੁੰਦੀਆਂ ਨੇ, ਚਾਰ ਡਾਂਗਾ ਮਾਰਾਂਗੇ ਤੁਰ ਜਾਣਗੇ, ਨੌਜਵਾਨਾਂ ਨੇ ਇਹਨਾਂ ਨਾਲ ਆਉਣਾ ਨਹੀਂ, ਤੇ ਜਦੋਂ ਇਹ ਇਕੱਠ ਨੂੰ ਵੱਧਦਿਆਂ ਦੇਖਿਆ ਤਾਂ ਫਿਰ ਉਦੋਂ ਕਿਤੇ ਨਾ ਕਿਤੇ ਦਿਲ ਦਹਿਲਿਆ। ਦੇਖੋ ਜੀ ਇਹ ਸਾਰੀ ਸਿਆਸਤ ਦਾ ਘੋਲ ਹੈ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਯੂਥ ਜਿਹੜਾ ਸਾਰਾ ਜਾਂ ਪੰਜਾਬ ਆ ਸਾਰਾ ਇੱਕ ਹੋ ਚੁੱਕਿਆ। ਜੇਕਰ ਅਕਾਲੀ ਦਲ ਉੱਥੋਂ ਆਪਣਾ ਅਸਤੀਫਾ ਨਹੀਂ ਦਿੰਦਾ ਸੀ ਤਾਂ ਉਹਨੂੰ ਲੱਗਦਾ ਸੀ ਵੀ ਗਾਂ ਸਾਡੀ ਸਰਕਾਰ ਨਹੀਂ ਆਉਣੀ, ਕਿਉਂਕਿ ਇਹ 2022 ਦੇ ਸਟੰਟਬਾਜ਼ੀਆਂ ਸਾਰੀਆਂ ਖੇਡ ਰਹੇ ਆ। ਇਹਨਾਂ ਨੇ ਸਾਈਨ ਕੀਤੇ ਆ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਉੱਥੇ ਜਾ ਕੇ ਸਾਈਨ ਕੀਤੇ ਆ ਤੇ ਬਾਦਲ ਕਹਿੰਦੇ ਵੀ ਕੀਤੇ ਆ, ਇਸ ਚੀਜ਼ ਤੋਂ ਮੁੱਕਰ ਨਹੀਂ ਸਕਦੇ। ਠੀਕ ਹੈ, ਬਾਅਦ ਦੇ ਵਿੱਚ ਕੁਛ ਅੱਖੀਆਂ ਨੂੰ ਠੀਕ ਹੈ, ਹੁਣ ਆਪਦੀਆਂ ਟਰੈਕਟਰ ਰੈਲੀਆਂ ਕੱਢਦੇ ਆ, ਬਹੁਤ ਕੁਛ ਕੀਤਾ ਇਹਨਾਂ ਨੇ। ਪਰਸੋਂ ਸਾਡੇ ਕਿਸਾਨ ਵੀਰ ਵਿਚਾਰੇ ਉਹ ਕੁੱਟ ਵੀ ਖਾਧੀ ਆ ਉੱਥੇ ਜਿਹੜੇ ਗਏ ਸੀ ਨਾਲ, ਤਾਂ ਮੈਂ ਤਾਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਇਹਨਾਂ ਤੋਂ ਬਚੋ, ਜਿਵੇਂ ਕੱਲ੍ਹ ਨੂੰ ਰਾਹੁਲ ਗਾਂਧੀ ਨੇ ਆਉਣਾ ਹੁਣ। ਇਹ ਸਾਰਾ ਇਹਨਾਂ ਦਾ ਆਪਦਾ ਆਪਣਾ ਸਿਆਸੀ ਕਰਮ ਹੈ। ਇਹਨਾਂ ਤੋਂ ਮੇਰੇ ਕਿਸਾਨ ਵੀਰ ਜਿਹੜੇ ਨਾਲ ਜਾਂਦੇ ਉਹ ਸੁਚੇਤ ਰਹਿਣ, ਆਪਦੇ ਧਰਨੇ ਥੱਲੇ ਆਉਣ, ਇੱਕ ਝੰਡੇ ਥੱਲੇ ਆਉਣ, ਤਾਂ ਇਹਨਾਂ ਤੋਂ ਬਚਣ। ਉਹਨਾਂ ਨੂੰ ਪਤਾ ਸੀ ਵੀ ਇਹ ਸਾਡੀ 2022 ਦੀ ਜਿਹੜੀ ਚੋਣ ਹੋਣੀ ਹੈ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਫੇਲ ਹੋ ਜਾਵਾਂਗੇ ਜੇਕਰ ਅਸੀਂ ਬੀਜੇਪੀ ਨੂੰ ਨਾ ਟੁੱਟੇ, ਤਾਂ ਉਹਨਾਂ ਨੇ ਇੱਕੋ ਦਮ ਇਹ ਬਦਲ ਫੇਰ ਕੀਤਾ। ਮੇਰੇ ਨਾਲ ਨੌਜਵਾਨ ਵਰਗਾ ਬਾਈ ਆਜੋ ਅੱਗੇ ਨੂੰ ਆਜੋ। ਅੱਛਾ, ਕਾਂਗਰਸੀਆਂ ਨੇ ਤਾਂ ਕਹਿੰਦੇ ਦਿੱਲੀ ਦੇ ਵਿੱਚ ਜਾ ਕੇ ਟਰੈਕਟਰ ਸਾੜਤੇ, ਕਹਿੰਦੇ ਅਸੀਂ ਤਾਂ ਯਾਰ ਕਿਸਾਨਾਂ ਦੇ ਹੱਕ ਦੇ ਵਿੱਚ ਆ, ਦੇਖ ਲਓ ਅਸੀਂ ਤਾਂ ਆਪਦਾ ਟਰੈਕਟਰ ਸਾੜੀ ਜਾਂਦੇ ਆ, ਵੀ ਜੇਕਰ ਸਾਡੇ ਕੋਲੇ ਪੈਲੀ ਉਹ ਨਾ ਰਹੀ ਤਾਂ ਅਸੀਂ ਇਹਨਾਂ ਟਰੈਕਟਰਾਂ ਦਾ ਕੀ ਕਰਨਾ। ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਸਿਆਸਤ ਹੈ ਜੀ ਸਾਰੀ ਇਹ, ਅਕਾਲੀ ਆਪ ਦੀ ਸਿਆਸਤ ਜਿਹੜੀਆਂ ਨੇ, ਕਾਂਗਰਸ ਆਪ ਦੀ। ਜਿਹੜੀ ਨੌਜਵਾਨਾਂ ਦੀ ਸ਼ਮੂਲੀਅਤ ਹੋਈ ਆ, ਜਿਵੇਂ ਹੁਣ ਤੁਸੀਂ ਇੱਥੇ ਬੈਠੇ ਹੋ, ਕਿਵੇਂ, ਇੱਕ ਗੱਲ ਦੱਸਿਓ ਯਾਰ, ਟਾਈਮ ਟੂਮ ਪਾਸ ਕਰਨ ਆਉਣੇ ਹੋ ਜਾਂ ਫਿਰ ਵਾਕਿਆ ਦੇ ਵਿੱਚ ਯਾਰ ਦਰਦ ਆ ਕਿ ਯਾਰ ਨਹੀਂ ਸਾਡੇ ਪਿਓ ਦਾਦਿਆਂ ਦੀ ਪੈਲੀ ਆ, ਸਾਡੇ ਪੜਦਾਦਿਆਂ ਦੀ ਪੈਲੀ ਆ, ਸਾਡੇ ਨਾਮ ਆ, ਅੱਗੇ ਤੋਂ ਸਾਡੇ ਜਵਾਕਾਂ ਨੇ ਵੀ ਇਹਦੇ ਤੋਂ ਖਾਣਾ, ਅਸੀਂ ਵੀ ਇਹਦੇ ਤੋਂ ਖਾਧਾ ਗਾ, ਇਹ ਚੀਜ਼ ਹੈ ਜਜ਼ਬਾ ਥੋੜਾ ਬਹੁਤਾ ਜਾਂ ਫਿਰ? ਜੇ ਦਰਦਾ ਜੀ ਫੇਰ ਹੀ ਆਉਣੇ ਆ ਇੱਥੇ ਰਾਤ ਨੂੰ। ਹੁਣ ਇੱਥੇ ਠੰਡ ਵੀ ਹੁੰਦੀ ਆ, ਪਹਿਲਾਂ ਮੱਛਰ ਲੜਦਾ ਹੈਗਾ, ਘਰ ਛੱਡ ਕੇ ਕੌਣ ਆਊਗਾ ਉਵੇਂ ਜੀ? ਉਹ ਨੌਜਵਾਨੀ ਕਿਹੜੀ ਆ ਬਾਈ? ਆਜੋ ਅੱਗੇ ਨੂੰ ਆਜੋ। ਉਹ ਨੌਜਵਾਨੀ ਕਿਹੜੀ ਆ ਜਿਹਨੂੰ ਹੁਣ ਤੱਕ ਬਦਨਾਮ ਕੀਤਾ ਗਿਆ? ਜਿਹੜੀ ਨੌਜਵਾਨੀ, ਅੱਗੇ ਆਜੋ, ਜਿਹੜੀ ਨੌਜਵਾਨੀ ਨੂੰ ਹੁਣ ਤੱਕ ਕਹਿੰਦੇ ਆ ਯਾਰ ਇਹ ਤਾਂ ਗਾਇਕਾਂ ਮਗਰ ਆ, ਜਾਂ ਫਿਰ ਟਿਕਟੌਕ ਤੇ ਲੱਗੇ ਹੋਇਆ, ਜਾਂ ਫਿਰ ਨਸ਼ਿਆਂ ਵੱਲ ਤੋਰਤੀ, ਉਹ ਕਿਹੜੀ ਆ? ਜਾਂ ਫਿਰ ਉਹ ਸਿਰਫ ਗੁੰਮਰਾਹੀ ਕੀਤਾ ਗਿਆ ਸਾਡੀ ਨੌਜਵਾਨੀ ਤੇ, ਸਿਰਫ ਇਹ ਦਾਗ ਧੱਬਾ ਲਾਇਆ ਗਿਆ? ਉਹਦਾ ਗੁੰਮਰਾਹੀ ਕੀਤਾ ਵਾ ਵੀਰੇ ਯਾਰ, ਉਹਨਾਂ ਕੋਈ ਨਹੀਂ ਪਿੱਛੇ ਚੱਲ ਸੀਗੇ ਬੰਦੇ ਹੁੰਦੇ ਆ, ਪਿੰਡ 'ਚ ਹੁੰਦੇ ਆ, ਚੱਲ ਮੈਂ ਉਹਦਾ ਫੈਨ ਆ, ਉਹਦਾ ਫੈਨ ਅੱਡੋ ਅੱਡ, ਪਰ ਅੱਜ ਦੇ ਟਾਈਮ 'ਚ ਸਾਰੇ ਇਕੱਠੇ ਆ। ਅੱਛਾ, ਕਲਾਕਾਰਾਂ ਨੂੰ ਚੰਗਾ ਮੰਨਦੇ ਹੋ? ਕਿ ਜੇ ਅਸੀਂ ਵੀ ਦੇਖਿਆ, ਜਿਵੇਂ ਹੁਣ ਕਲਾਕਾਰਾਂ ਦੇ ਧਰਨੇ ਕਵਰ ਕੀਤਾ, ਤਾਂ ਕਲਾਕਾਰਾਂ ਦੇ ਨਾਲ ਜਿਹੜੇ ਆ ਬਹੁਤ ਨੌਜਵਾਨ ਆਏ ਆ, ਨੌਜਵਾਨ ਵੀ ਸਾਡੇ ਨਾਲ ਆਏ ਆ, ਹੈ ਨਾ, ਇਸ ਇਹਨਾਂ ਧਰਨਿਆਂ ਦੇ ਵਿੱਚ ਆਉਣ ਲੱਗੇ। ਕਿਵੇਂ, ਵਧੀਆ ਮੰਨਦੇ ਹੋ ਕਿ ਕਲਾਕਾਰਾਂ ਨੇ ਜਿਹੜੇ ਆਏ ਆ? ਹਾਂ ਵਧੀਆ ਮੰਨਦੇ ਆ ਵੀਰੇ, ਚੱਲ ਕਿਸੇ ਬਹਾਨੇ ਤਾਂ ਆਏ ਆਪਣੇ ਨੌਜਵਾਨ, ਹਾਂ ਚੱਲ ਜੇ ਊਂ ਨਹੀਂ ਆਏ ਸੀ ਜਾਂ ਕਿਸਾਨ ਯੂਨੀਅਨ ਮਗਰ ਜਾਂ ਕਲਾਕਾਰਾਂ ਮਗਰ ਤਾਂ ਆਏ ਨਾ, ਆਪਾਂ ਵਧੀਆ ਮੰਨਦੇ ਆ। ਕੀ ਲੱਗਦਾ ਇਹ ਸੰਘਰਸ਼ ਲੱਗੂਗਾ ਕਿਸੇ ਸਿਰੇ? ਹਾਂ ਲੱਗੂਗਾ ਬਿਲਕੁਲ ਬਾਈ। ਇਹਦਾ ਬਾਈ ਇਹ ਵੀ ਲੰਮਾ ਵੀ ਚੱਲ ਸਕਦਾ, ਕਿੰਨਾ ਕੁ ਚਿਰ ਬੈਠੇ ਰਹੋਗੇ, ਕਿੰਨਾ? ਕਿਉਂਕਿ ਹੁਣ ਜਿਹੜਾ ਇਹ ਬੰਦ ਦਾ ਸੱਦਾ ਦਿੱਤਾ ਹੈਗਾ, ਜਿਵੇਂ ਉਹਨੂੰ ਚਾਹੇ ਰਿਲਾਇੰਸ ਮਾਲ ਦੀ ਗੱਲ ਕਰ ਲਈਏ, ਟੋਲ ਟੈਕਸਾਂ ਦੀ ਗੱਲ ਕਰ ਲਈਏ, ਬੈਸਟ ਪ੍ਰਾਈਸ ਦੀ ਗੱਲ ਕਰ ਲਈਏ, ਕਿਸਾਨ ਜਥੇਬੰਦੀਆਂ ਤਾਂ ਇਹ ਕਹਿੰਦੀਆਂ ਕਿ ਮੋਦੀ ਨੇ ਤਾਂ ਇੱਕ ਟਾਈਮ ਦਿੱਤਾ ਸੀ, ਬੰਦ ਦਾ ਸਾਡਾ ਟਾਈਮ ਕੋਈ ਨਹੀਂ। ਬੈਠਾਂਗੇ ਬਾਈ ਯਾਰ, ਬੰਦੇ ਹੀ ਘਰ 6 ਮੈਂਬਰ ਆ, 6 'ਚੋਂ 6ਵਾਂ ਮੈਂ ਆ, ਤੇ ਮੈਂ ਤਾਂ ਫਰੀ ਆ ਇਸ ਕੰਮ ਤੇ, ਤੇ ਆਪਾਂ ਤਾਂ ਨਿੱਤਾਂ ਮੈਂ ਕਿੱਥੋਂ ਤੱਕ ਚੱਲੂਗਾ, ਤੁਰਾਂਗੇ ਨਾਲ। ਇਹ ਤਾਂ ਇਹ ਵੀ ਕਹਿ ਦਿੰਦੇ ਕਈ ਵਾਰੀ ਡਾਂਗਾ ਡੂੰਗਾ ਖਾਣੀਆਂ ਪੈ ਸਕਦੀਆਂ। ਡਾਂਗਾ ਰਖਾਵਾਂਗੇ ਵੀਰੇ,
ਮੂਹਰੇ ਹੋ ਕੇ ਖਾਵਾਂਗੇ। ਆਵੇ ਹੁਣ ਇੱਥੇ ਬੈਠੇ ਆ ਖਾਵਾਂਗੇ, ਭੱਜਦੇ ਥੋੜ੍ਹੇ ਆ, ਤੂੰ ਛੱਡ ਕੇ ਨਹੀਂ ਭੱਜਦੇ। ਪਰ ਹਜੇ ਵੀ ਕਈ ਫਿਰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬੈਠਿਆ ਜਾਂ ਤਾਂ ਉਹ ਹੋਣਗੇ ਜਿਹਨੇ ਠੇਕਿਆਂ ਠੂਕਿਆਂ ਤੇ ਪੈਲੀਆਂ ਕਹਿੰਦੇ ਚੱਲ ਯਾਰ ਸਾਨੂੰ ਤਾਂ 70-60 ਹਜ਼ਾਰ ਆ ਜਾਂਦਾ, ਜਦੋਂ ਇਹਨਾਂ ਨੇ ਲੈ ਲੀਆਂ ਉਦੋਂ ਲੱਖ ਚਾਹੇ 4 ਸਾਲ ਹੀ ਆਵੇ ਲੱਖ ਆ ਜਾਊਗਾ, ਅਸੀਂ ਕੀ ਲੈਣਾ, ਬੈਠੇ ਰਹਿਣ ਦੋ। ਪਰ ਜਦ ਜੇ ਭਲਾ ਹੋਇਆ ਤਾਂ ਉਹਨਾਂ ਦਾ ਵੀ ਹੋਊਗਾ, ਜੇ ਡਾਂਗਾ ਪਈਆਂ ਤੁਹਾਡੇ ਪੈਣਗੀਆਂ। ਹੈਗੇ ਵੀਰੇ ਵਿੱਚ 5-7% ਹੈਗੇ, ਉਹ ਬਾਕੀ ਸਾਰੇ ਆਏ ਆ ਪਿੰਡ 'ਚੋਂ ਦੇਖਿਆ ਇਹਨਾਂ ਦੀਆਂ ਠੇਕਿਆਂ ਤੇ, ਉਹ ਵੀ ਸਾਡੇ ਨਾਲ ਹੋਏ ਆ। ਕੋਈ ਹੁੰਦੇ ਆ 2-4 ਬੰਦੇ ਰੋਕਦੇ ਵੀ ਆ, ਸਾਨੂੰ ਵੀ ਮਾੜਾ ਕਹਿੰਦੇ ਵੀ ਐਵੇਂ ਭੌਂਕਦੇ ਫਿਰਦੇ ਆ ਯਾਰ। ਪਾਰਟੀਬਾਜ਼ੀ ਵਾਲੇ ਵੀ ਹੋਣਗੇ ਕੁਝ ਵਿੱਚ ਹੁੰਦੇ ਆ, ਬਹੁਤ ਹੁੰਦੇ ਆ, ਰੋਕਦੇ ਆ ਵਿੱਚ, ਕਹਿੰਦੇ ਐਵੇਂ ਤੁਰੇ ਫਿਰਦੇ ਆ, ਭੌਂਕਦੇ ਕੀ ਆ, ਕੁਛ ਨਹੀਂ ਹੋਣਾ ਇੱਥੇ, ਆਹੀ ਕੁਛ ਰਹਿਣਾ। ਨੌਜਵਾਨ ਵਰਗ ਨੂੰ ਸੁਨੇਹਾ ਸੰਦੇਸ਼ ਕੀ ਹੈ? ਬਸ ਆਹੀ ਸੁਨੇਹਾ ਵੀ ਆਪਾਂ ਯਾਰ ਸਾਰੇ ਆਓ ਇਕੱਠੇ ਹੋ, ਇਕੱਠਿਆਂ ਇੱਕੇ ਨਹੀਂ ਆ ਬਈ ਸਾਰਾ ਕੁਝ, ਜੇ ਇਕੱਠੇ ਆ ਤਾਂ ਸਭ ਕੁਛ ਆ, ਨਹੀਂ ਕੁਛ ਨਹੀਂ। ਮੇਰੇ ਨਾਲ ਕੁਝ ਹੋਰ ਨੌਜਵਾਨ ਨੇ, ਇਹਨਾਂ ਦੇ ਨਾਲ ਗੱਲਬਾਤ ਬਾਈ ਹੋਰਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ, ਹੁਣ ਬਜ਼ੁਰਗ ਜਦੋਂ ਕਦੇ ਬਜ਼ੁਰਗਾਂ ਨਾਲ ਗੱਲਬਾਤ ਹੁੰਦੀ ਹੋਣੀ ਆ, ਬਜ਼ੁਰਗ ਮਿਲਦੇ ਹੋਣੇ ਆ, ਬਜ਼ੁਰਗ ਤਾਂ ਖੁਸ਼ ਆ, ਸੀ ਵੀ ਧਰਨੇ ਦੇ ਵਿੱਚ ਜਾਂਦੇ ਆ, ਬਜ਼ੁਰਗ ਖੁਸ਼ ਆ ਕਿ ਯਾਰ ਸਾਡੇ ਨਾਲ ਨੌਜਵਾਨ ਆ ਗਏ ਆ, ਤੁਹਾਡੇ ਨਾਲ ਗੱਲਬਾਤ ਹੁੰਦੀ ਹੋਣੀ ਆ, ਪਿੰਡ ਦੀ ਸੱਥਾਂ ਦੇ ਵਿੱਚ ਬਹਿੰਦੇ ਹੋਵੋਗੇ, ਆਸੇ-ਪਾਸੇ ਖੇਤਾਂ ਦੇ ਵਿੱਚ, ਕੀ ਕਹਿੰਦੇ ਆ? ਨਹੀਂ ਬਜ਼ੁਰਗ ਖੁਸ਼ ਆ, ਬਜ਼ੁਰਗ ਕਹਿੰਦੇ ਜਾਓ, ਚੰਗੀ ਗੱਲ ਆ। ਚੰਗੀ ਗੱਲ ਹੈ। ਸਾਨੂੰ ਬਜ਼ੁਰਗਾਂ ਨੇ ਇਹ ਚੀਜ਼ ਸਿਖਾਈ ਹੈ, ਬਜ਼ੁਰਗਾਂ ਤੋਂ ਹੀ ਸਿੱਖੇ ਆ। ਠੀਕ ਹੈ, ਇੱਥੇ ਤੁਸੀਂ ਮੰਨ ਕੇ ਦੁਪਹਿਰੇ 2-2:30 ਵਜੇ ਜਦੋਂ 3 ਵਜੇ ਆਓਗੇ, ਬਜ਼ੁਰਗ ਸਾਡੇ ਹੁੰਦੇ ਆ। ਹੁਣ ਸਾਡੇ ਬਜ਼ੁਰਗ ਮੰਨ ਕੇ ਉਹ ਕਰ ਲਿਆ, ਹੁਣ ਅਸੀਂ ਆ ਗਏ। ਅੱਛਾ, ਇਹੀ ਕਹਿੰਦੇ ਆ ਕਿ ਯਾਰ ਸਰਕਾਰਾਂ ਸਾਨੂੰ ਧੁਰ ਤੋਂ ਲੁੱਟਦੀਆਂ ਆਈਆਂ, ਸਾਡਾ ਵੀ ਤੋਰੀ ਫੁਲਕਾ ਚਲੋ ਚੱਲੀ ਜਾਂਦਾ ਸੀ, ਸਰਕਾਰਾਂ ਲੁੱਟਦੀਆਂ ਆਈਆਂ, ਉਹਨਾਂ ਦਾ ਵੀ ਸਰਕਾਰਾਂ ਦਾ ਚੱਲੀ ਜਾਂਦਾ ਸੀ, ਫਿਰ ਐਡੀ ਵੱਡੀ ਮਾਰ ਮਾਰਨ ਦੀ, ਐਡੀ ਵੱਡੀ ਮਾਰ ਪਾਉਣ ਦੀ ਸਰਕਾਰ ਨੂੰ ਲੋੜ ਕੀ ਪੈ ਗਈ? ਨਹੀਂ ਬਈ, ਇਹਦੇ 'ਚ ਤਾਂ ਸ਼ੱਕ ਹੀ ਕੋਈ ਨਹੀਂ ਵੀ ਸਰਕਾਰਾਂ ਲੁੱਟਦੀਆਂ ਨਹੀਂ ਆਈਆਂ। ਇਹ ਤਾਂ ਠੀਕ ਹੈ, ਹਰ ਇੱਕ ਦਾ ਦਿਮਾਗ ਇੰਨਾ ਕੰਮ ਕਰਦਾ, ਸਰਕਾਰ ਨੇ ਸਾਨੂੰ ਲੁੱਟਿਆ, ਪਰ ਕਹਿਣ ਦੀ ਹਿੰਮਤ ਕੋਈ ਨਹੀਂ ਰੱਖਦਾ। ਠੀਕ ਹੈ, ਇਹ ਹਿੰਮਤ ਕਰਨੀ ਪਊਗੀ, ਬਸ ਇੰਨਾ ਕੁ ਸਮਝੋ ਵੀ ਸਰਕਾਰਾਂ ਲੁੱਟ ਰਹੀਆਂ। ਇਹ ਇੱਕ ਪਾਲਿਸੀ ਹੈ, ਜੇ ਸਮਝ ਜਾਾਂਗੇ ਤਕਰੀਬਨ ਮੇਰੇ ਹਿਸਾਬ ਨਾਲ ਹੁਣ ਮੰਨ ਕੇ ਚੱਲ ਵੀ 90% ਲੋਕ ਤਾਂ ਸਮਝ ਗਏ, 10 ਕੁ ਰਹਿ ਗਏ ਜਿਹੜੇ ਹਜੇ ਵੀ ਰੈਲੀਆਂ ਤੇ ਜਾਂਦੇ ਆ ਤੇ ਕੁੱਟਾਂ ਖਾਂਦੇ ਆ, ਖਾਈ ਜਾਣ ਤੇ ਕੋਈ ਗੱਲ ਨਹੀਂ, ਪਰ 90% ਖਾਣੋਂ ਹਟ ਗਏ। ਇਹ ਤੁਹਾਨੂੰ ਵੀ ਧਿਆਨ ਹੁਣ ਸਮਝ ਆ ਗਈ? ਸਮਝ ਆ ਗਈ, ਸਾਨੂੰ ਤਾਂ ਆ ਗਈ। ਸਾਡੇ ਬਜ਼ੁਰਗਾਂ ਨੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ ਪੰਥ ਨੂੰ ਵੋਟਾਂ ਪਾਉਣੇ ਆ, ਪੰਥ ਨੂੰ ਬਹੁਤ ਚਿਰ ਪਾਂਗਾ, ਦਾਦੇ ਨੇ ਪਾਂਗਾ, ਮੇਰੇ ਡੈਡੀ ਨੇ ਪਾਂਗਾ, ਮੇਰੇ ਭਾਪੇ ਨੇ ਪਾਂਗਾ, ਅਸੀਂ ਪੰਥ ਨੂੰ ਨਹੀਂ ਪਾਉਂਦੇ। ਪੰਥ ਕਰਕੇ ਪੰਥ ਕਰਕੇ ਸਾਨੂੰ ਕਿੰਨਾ ਚਿਰ ਲੁੱਟਿਆ ਗਿਆ, 70 ਸਾਲ ਹੋ ਗਏ। ਭਗਤ ਸਿੰਘ ਵਰਗੇ ਕਿਉਂ ਮਰੇ, ਉਹਨਾਂ ਨੂੰ ਕੀ ਲੋੜ ਸੀ? ਕੀ ਲੋੜ ਸੀ? ਉਹ ਯਾਰ ਆਪਦੀ ਜ਼ਿੰਦਗੀ ਭੋਗਦੇ, ਠੀਕ ਹੈ, ਆਪਦੇ ਮਾਂ ਪਿਓ 'ਚ ਰਹਿੰਦੇ, ਆਪਦੇ ਬਾਲ ਬੱਚੇ ਜੰਮਦੇ ਜਿਵੇਂ ਸਾਰੀ ਦੁਨੀਆ ਹੀ ਜੰਮਦੀ ਹੈ, ਉਹਨਾਂ ਨੂੰ ਕੀ ਲੋੜ ਸੀ? ਪਰ ਇਹਨਾਂ ਨੇ ਭਗਤ ਸਿੰਘ ਵਰਗਿਆਂ ਦੀ ਕੁਰਬਾਨੀ ਖੂਹ 'ਚ ਪਾਤੀ। ਜੇ ਨਹੀਂ ਭਾਈ ਤਾਂ ਦੱਸੋ। ਫਿਰ ਇਹ ਸਵਾਲੀਆ ਚਿੰਨ੍ਹ ਖੜਾ ਹੋ ਜਾਂਦਾ ਵੀ ਅਸੀਂ ਮੌਤਬਾਰ ਕਿਹਨੂੰ ਬਣਾਈਏ? ਅਕਾਲੀ ਦੇਖ ਲੇ, ਕਾਂਗਰਸੀ ਦੇਖ ਲੇ, ਆਪ ਵਾਲੇ ਦੇਖ ਲੇ, ਆਉਣਾ ਬਾਈ ਦੇ ਵਿੱਚ ਇਹਨਾਂ ਤਿੰਨਾਂ ਪਾਰਟੀਆਂ 'ਚੋਂ ਕਿਸੇ ਨਾ ਕਿਸੇ ਨੇ ਆ, ਤਾਂ ਫਿਰ ਕਿਹਨੂੰ ਬਣਾਈਏ? ਇਹ ਕੁਰਸੀ ਦਈਏ ਕਿਹਨੂੰ? ਯਾਰ ਮੇਰੀ ਤਾਂ ਸੋਚ ਇਹ ਹੈ ਵੀ ਕਿਸੇ ਨੂੰ ਵੀ ਨਾ ਬਣਾਓ, ਇੱਥੇ ਰਾਸ਼ਟਰਪਤੀ ਰਾਜ ਹੋਵੇ, ਬਸ ਖੁੱਲ੍ਹਾ ਖੇਡੇ। ਤੁਸੀਂ ਐਂ ਵੇਖ ਲਓ, ਜਿੰਨੀ ਕਿ ਮੇਰੀ ਦਿਮਾਗ ਕੰਮ ਕਰਦਾ, ਚੋਣ ਜਾਬਤਾ ਲੱਗਦਾ 90 ਦਿਨ, 90 ਦਿਨ ਨਾ ਤਾਂ ਸਾਡੇ ਕੋਈ ਅਪਰਾਧ ਹੁੰਦਾ ਸਾਡੇ ਇੱਥੇ ਏਰੀਏ ਦੇ ਵਿੱਚ। ਜਿੱਦਾਂ ਵੋਟਾਂ ਪੈ ਜਾਂਦੀਆਂ ਕਾਂਗਰਸ ਦੇ, ਅਕਾਲੀ ਸਾਡੇ ਉੱਦਾਂ ਹੀ ਆ ਜਾ ਚੱਲ ਪੈਂਦੇ, ਆ ਸਾਡੇ ਗੈਂਗਸਟਰ ਆ ਗਏ ਜੀ, ਆ ਸਾਡੇ ਫਲਾਨਾ ਆ ਗਿਆ। ਉਹ 90 ਦਿਨ ਗੈਂਗਸਟਰ ਜਿੰਨੇ ਚੋਣ ਯਾਤਰਾ ਦੇ ਗੈਂਗਸਟਰ ਉਹਦੇ ਕਿੱਧਰ ਹੁੰਦੇ ਆ? ਮਾਹੌਲ ਤਾਂ ਉਹੀ ਹੈ, ਉਹੀ ਦੁਨੀਆਦਾਰੀ ਹੈ, ਉਹੀ ਨਸ਼ਾ। ਉੱਦਾਂ ਕਿੱਧਰ ਜਾਂਦੇ ਫਿਰ ਉਹ ਦੱਸੋ ਨਾ? ਚੋਣ ਜਾਬਤਾ ਜਦੋਂ ਲੱਗਦਾ ਹੈ, ਜਦੋਂ ਸਾਰਾ ਪਤਾ ਵੀ ਹੁਣ ਕੋਈ ਗੱਲ ਨਹੀਂ ਸੁਣਦਾ, ਉਦੋਂ ਸਭੀਆਂ ਚੀਜ਼ਾਂ ਬਸ ਬੰਦ ਹੋ ਜਾਂਦੀਆਂ। ਜਦੋਂ ਸਰਕਾਰ ਆ ਜੇ, ਅਕਾਲੀ ਕਹਿੰਦਾ ਸਾਡੀ ਆ ਗਈ ਜੀ, ਕਾਂਗਰਸੀ ਕਹਿੰਦੇ ਮੇਰੀ ਸਰਕਾਰ ਦਾ ਕੀ ਮਤਲਬ ਹੋਇਆ? ਝਾੜੂ ਵਾਲੀ ਆ ਗਈ, ਮੰਨ ਕੇ ਚੱਲ ਮੈਂ ਝਾੜੂ ਨੂੰ ਵੋਟ ਪਾਈ, ਝਾੜੂ ਮੇਰੇ ਕੋਈ ਖੱਲੜੋਂ ਕੱਢਿਆ ਹੋਇਆ, ਮੈਂ ਕਹਾਂ ਮੇਰੀ ਸਰਕਾਰ। ਅਕਾਲੀ ਦਲ ਦੀ ਸਰਕਾਰ ਆ ਗਈ, ਇਹ ਕਹੇ ਅਕਾਲੀ ਦਲ ਮੇਰੀ ਸਰਕਾਰ। ਕਾਂਗਰਸ ਆ ਗਈ, ਸਰਕਾਰ ਲੋਕਾਂ ਦੀ ਹੈ, ਲੋਕਾਂ ਨੇ ਬਣਾਈ ਹੋਈ ਹੈ, ਪਰ ਇਹ ਕਹਿੰਦੇ ਸਾਡੀ ਸਰਕਾਰ। ਇੱਥੇ ਹੀ ਸਾਨੂੰ ਮਾਰ ਪੈਂਦੀ ਹੈ, ਜੋ ਸਾਡੇ ਦਿਮਾਗ ਦੇ ਵਿੱਚ ਇੱਕ ਫੀਡ ਹੋਈ ਗੱਲ ਹੈ ਵੀ ਸਾਡੀ ਸਰਕਾਰ। ਸਰਕਾਰ ਹਮੇਸ਼ਾ ਵਾਸਤੇ ਲੋਕਾਂ ਦੀ ਹੁੰਦੀ ਹੈ ਤੇ ਲੋਕਾਂ ਦੀ ਹੀ ਰਹੂਗੀ, ਤੇ ਲੋਕ ਉਹਨੂੰ ਚੰਗੀ ਤਰ੍ਹਾਂ ਚੁਣਨਗੇ, ਆਪਦੀ ਮੜੀ ਬੁੱਧੀ ਲਾਉਣਗੇ, ਤੇ ਸਿਸਟਮ ਲੋਕਾਂ ਦੀ ਸਰਕਾਰ ਆ, ਫਿਰ ਧੱਕਾ ਵੀ ਸਰਕਾਰ ਦੇ ਵਿੱਚ ਲੋਕਾਂ ਨਾਲ ਹੀ ਹੁੰਦਾ। ਤੇ ਧੱਕਾ ਸਰਕਾਰਾਂ ਹੀ ਕਰਵਾਉਂਦੀਆਂ, ਸਰਕਾਰਾਂ ਹੀ ਕਰਵਾਉਂਦੀਆਂ ਧੱਕਾ। ਫਾਇਲਾ ਕੀ ਤੁਸੀਂ ਐਂ ਕਹ ਲਓ ਵੀ ਜਿਹੜੇ ਪਿੰਡ ਦੇ ਬੰਦੇ ਆ ਉਹ ਕਰਵਾਉਂਦੇ ਆ, ਉਹ ਸਪੋਰਟ ਕਰਦੇ ਆ ਵੀ ਆਹ ਬੰਦਾ ਮੇਰਾ ਹੈ, ਇਹਦੀ ਕਰਦੇ ਆਹ ਬੰਦਾ ਕਿਸੇ ਹੋਏ ਦੂਏ ਤਾਂ ਕਾਂਗਰਸ ਦਾ, ਆਹ ਕਾਲੀਆਂ ਦਾ, ਆਹ ਝਾੜੂ ਨੂੰ ਵੋਟਾਂ ਪਾਉਂਦਾ, ਇਹਨੂੰ ਪਰੇ ਕਰ। ਜੇ ਇਹ ਪਿੰਡ ਨੂੰ ਤਾਂ ਛੱਡੋ, ਜੇ 12-13 ਹਜ਼ਾਰ ਪਿੰਡ ਦੇ ਵਿੱਚ ਇਹ ਸਿਸਟਮ ਹੈ ਤਾਂ ਮੈਨੂੰ ਦੱਸ ਦਿਓ, ਇੱਕ ਪਿੰਡ ਕਹਦੇ ਬਾਂਹ ਖੜੀ ਕਰਕੇ ਵੀ ਸਾਡੇ ਪਿੰਡ 'ਚ ਆਹ ਸਿਸਟਮ ਹੈ ਨਹੀਂ। ਚਾਹੇ 300 ਵੋਟ ਆ ਹਰੇਕ ਪਿੰਡ 'ਚ, ਇਹ ਖਤਮ ਹੋ ਜੂ, ਇਹ ਖਤਮ ਹੋ ਕੀ ਲੱਗਦਾ ਸੋਚਦੇ ਖਤਮ? ਜਿਵੇਂ ਹੁਣ ਅੱਜ ਦੇ ਟਾਈਮ ਦੀ ਚਲੋ ਆਪਾਂ ਗੱਲ ਕਰਦੇ ਹਾਂ 90% ਚਲੋ ਇਹ ਬਿੱਲਾਂ ਨੂੰ ਇੱਕ ਵਾਰੀ ਪਾਸੇ ਰੱਖ ਦਈਏ, ਜਿਹੜੇ 10% ਲੋਕ ਆ ਉਹ
ਉਹੀ ਅਕਾਲੀ ਦਲ ਕਾਂਗਰਸੀ ਜਾਂ ਆਪ ਵਾਲੇ ਆ ਤੁਹਾਨੂੰ ਕੀ ਲੱਗਦਾ ਵੀ ਉਹ ਖਤਮ ਹੋਣ ਦੇ ਦੇਣਗੇ, ਖਤਮ ਹੋ ਜੂ ਕਿ ਨਹੀਂ? ਜਿੰਨਾ ਚਿਰ ਅਕਾਲੀ ਤੇ ਕਾਂਗਰਸੀ ਰਹੇ, ਹੋ ਸਕਦਾ ਝਾੜੂ ਵਾਲੇ, ਆਪਾਂ ਨੇ ਕਹਿੰਦੇ ਝਾੜੂ ਨੂੰ ਚੰਗਾ ਜਾਂ ਮਾੜਾ, ਠੀਕ ਹੈ, ਆਪਾਂ ਉਹ ਵੇਖੇ ਨਹੀਂ। ਆਪਾਂ ਉਹਨਾਂ ਦੀ 300 ਕਿਲੋਮੀਟਰ ਦੀ ਸਰਕਾਰ ਬਣੀ ਆ, ਉਹਨਾਂ ਨੂੰ ਫੋਲੋ ਕਰਦੇ ਆ, ਫਿਰ ਉਹਨਾਂ ਨੇ ਵਧੀਆ ਕੰਮ ਕੀਤੇ। ਹੋ ਚਾਂਸ ਹੈ ਵੀ ਹੋ ਸਕਦੇ ਆ, ਪਰ ਪੱਕਾ ਸ਼ੋਰ ਕੋਈ ਨਹੀਂ। ਇੱਕ ਵਿਸ਼ਵਾਸ ਜਿਹਾ ਬਣਿਆ, ਜਾਂ ਇੱਕ ਮਤਲਬ ਵੀ ਕੋਈ ਕਿਰਨ ਕਹਿ ਲਾ ਕੁਝ ਵੀ ਚਾਹੇ ਕਿ ਉਹਨਾਂ ਨੂੰ ਦੇਖ ਲਈਏ, ਉਹਨਾਂ ਨੂੰ ਵੀ ਦੇਖ ਲਈਏ, ਬਸ ਇਹ ਦੇਖ ਲਏ ਵੀ ਸਾਡੇ ਦਾਦਿਆਂ ਨੇ ਵੇਖ ਲਏ, ਸਾਡੇ ਭਾਪਿਆਂ ਨੇ ਵੇਖ ਲਏ, ਹੁਣ ਤੀਜੀ ਪੀੜ੍ਹੀ ਬਣ ਕੇ ਚੱਲ ਮੈਂ ਆ। ਮੇਰੇ ਦਾਦੇ ਨੇ ਅਕਾਲੀ ਦਲ ਨੂੰ ਵੋਟਾਂ ਪਾਈਆਂ, ਮੇਰੇ ਭਾਪੇ ਨੇ ਰੇੜੀ ਨੇ ਪਾਈਆਂ, ਤੀਜੀ ਪੀੜ੍ਹੀ ਆ ਗਈ, ਤੀਜੀ ਮੈਂ, ਚੌਥਾ ਮੇਰਾ ਬੇਟਾ 15 ਸਾਲ ਦਾ, ਹੁਣ ਤੀਜੀ ਪੀੜ੍ਹੀ ਪਾ ਕੇ ਵੇਖੂਗੀ ਵੋਟਾਂ ਵੀ ਜੇ ਕੋਈ ਸਿਸਟਮ ਬਦਲਦਾ, ਜੋ ਵੀ ਇਦਾਂ ਦੀ ਨਿਕਲੇ ਫਿਰ ਵੇਖੀ ਜਾਊ। ਫਿਰ ਰੱਬ ਰੱਖਾ, ਪੰਜਾਬ ਤਾਂ ਚੱਗੀ ਰੱਬ ਆਸਰੇ ਹੀ ਚੱਲਦਾ। ਜਦੋਂ ਬਾਹਰੋਂ ਦੇਸ਼ੋਂ ਕੋਈ ਅੰਗਰੇਜ਼ ਘੁੰਮਣ ਆਉਂਦੇ ਆ ਨਾ, ਉਹ ਤਾਂ ਆਹ ਜਿਹੜੀਆਂ ਸੜਕਾਂ ਤੇ ਫਿਰਦੀਆਂ ਗੱਡੀਆਂ, ਕੋਈ ਐਂ ਵੜ ਗਿਆ, ਕੋਈ ਐਂ ਵੜ ਗਿਆ, ਉਹ ਤਾਂ ਸੋਚਦੇ ਵੀ ਰੱਬ ਆਸਰੇ ਹੀ ਚੱਲਦਾ, ਤੇ ਚੱਲਦਾ ਵੀ ਰੱਬ ਆਸਰੇ ਹੀ ਹੈ। ਇੱਥੇ ਕੋਈ ਸਿਸਟਮ ਨਹੀਂ, ਕੁਛ ਨਹੀਂ। ਜਿਹਦੇ ਇੱਥੇ ਗੱਡੀ ਰੋਕੀ ਜਾਂਦੀ ਹੈ, ਜਿਹਦੇ ਕੋਲੇ, ਮੇਰੇ ਕੋਲੇ ਜਨਕਾਰ ਹੈ, 2004 ਮਾਡਲ ਹੈ, ਮੈਨੂੰ ਰੋਕਿਆ ਜਾਂਦਾ ਹੈ। ਤੇ ਜਿਹਦੇ ਕੋਲੇ 6 ਲੱਖ ਦੀ ਗੱਡੀ ਹੈ ਇੱਥੇ, ਉਹਨੂੰ ਕੋਈ ਰੋਕਿਆ ਜਾਂਦਾ, ਉਹਦੇ ਕੋਲੇ ਕੋਈ ਲਾਇਸੈਂਸ ਨਹੀਂ, ਕੋਈ ਪ੍ਰਦੂਸ਼ਣ ਨਹੀਂ, ਕੁਛ ਨਹੀਂ। ਇਹ ਸਿਸਟਮ ਵੇਖੋ ਵੀ ਗੱਡੀ ਵੇਖ ਕੇ ਰੋਕਿਆ ਜਾਂਦਾ ਬੰਦਾ, ਵੀ ਜਿਹਦੇ ਕੋਲੇ 6 ਲੱਖ ਦੇ ਤੂੰ ਤਾਂ ਲੰਘ ਜਾ, ਤੇ ਤੇਰੇ ਕੋਲੇ 50,000 ਤੂੰ ਆ ਜਾ ਮਿੱਤਰਾ। ਸਿਸਟਮ ਹੈ ਕੋਈ ਦੇਸ਼ ਦਾ? ਕੋਈ ਸਿਸਟਮ ਬਣਾਓ ਪ੍ਰਦੂਸ਼ਣ ਰੋਕਣਾ। ਮੈਂ ਕਹਿਣਾ ਮੇਰੇ ਕੋਲੇ 15 ਸਾਲ ਗੱਡੀ ਪੁਰਾਣੀ, ਵੱਢ ਦਿਓ ਉਹਨੂੰ, ਵੱਢੋ। ਪਰ ਜਿਹਦੇ ਕੋਲ ਤਾਂ ਮਾੜੀ ਸਿਫਾਰਿਸ਼ ਹੈ, ਉਹ ਤਾਂ 2003 ਮਾਡਲ ਲੈ ਕੇ ਵੀ ਨਿਕਲ ਜੂ। ਤੇ ਜਿਹਦੇ ਕੋਲੇ ਮਾੜੀ ਜੀ ਕੁਛ ਹੈ ਨਹੀਂ, ਮੇਰੇ ਵਰਗਾ ਸਾਦਾ ਸਿੱਧਾ, ਉਹਨੂੰ ਕਹਿੰਦੇ ਆ ਜਾ ਤੇਰੇ ਕੋਲ, ਪਰ 2008 ਮਾਡਲ ਹੈ। ਪਰ ਜਿੰਨ ਨੂੰ ਵੇਖ ਕੇ ਰੋਕਣਾ। ਹੁਣ ਸਾਡੇ ਗੱਡੀ ਰੁਕਦੇ, ਜਿੰਨ ਜਾਂ ਮਰੂਤੀ ਰੁਕਦੀ ਹੈ, ਸਾਡੇ ਟ੍ਰੈਫਿਕ ਵਾਲੇ ਪੁਲਿਸ ਵਾਲੇ ਜਿੰਨ ਜਾਂ ਮਰੂਤੀ ਰੋਕਦੇ ਆ, ਸਵਿਫਟ ਨੂੰ ਕੋਈ ਹੱਥ ਨਹੀਂ ਪਾਉਂਦਾ। ਤੇ ਜਿਹੜੀਆਂ ਵੱਡਾਂ ਗੱਡੀਆਂ ਉਹਨਾਂ ਨੇ ਤਾਂ ਵਿੱਚ ਐਨਕਾਂ ਹੀ ਵੇਖ ਲੈਂਦੇ, ਉਹਦੇ ਐਨਕਾਂ ਲੱਗਣ ਨੂੰ ਰੋਕਣਾ ਬਈ ਹੋਏਗਾ, ਸਲਾਮ ਵੀ ਕਰਦੇ ਸਲਾਮ ਕਰਦੇ। ਸਿਸਟਮ ਹੈ ਕੋਈ ਇਹ? ਬਿਲਕੁਲ। ਆਖਰੀ ਸੁਨੇਹਾ ਬਾਈ ਜੀ ਨੌਜਵਾਨੀ ਦੇ ਲਈ? ਬਸ ਆਖਰੀ ਸੁਨੇਹਾ ਵੀਰੇ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕਿਸੇ ਵੀ ਪਾਰਟੀ ਨਾਲ ਕੋਈ ਲੈਣ ਦੇਣ ਨਾ ਰੱਖੋ। ਕੋਈ ਅਕਾਲੀ ਹੈ, ਕਾਂਗਰਸੀ ਹੈ, ਆਪਦਾ ਭਾਈਚਾਰਾ ਬਣਾ ਕੇ ਰੱਖੋ। ਤੇ ਇੱਥੇ ਇੱਕ ਝੰਡੇ ਥੱਲੇ ਆ ਜੀ, ਵੋਟ ਤੁਸੀਂ ਜਿੱਥੇ ਮਰਜ਼ੀ ਪਾ ਲਓ, ਕਿਤੇ ਵੀ ਮਰਜ਼ੀ ਪਾ ਦਿਓ, ਨਹੀਂ ਪਾਉਣੀ ਨੋਟਾਂ ਵਾਲਾ ਬਟਨ ਨਵਾ ਦਿਓ, ਨਾ ਪਾਓ। ਪਰ ਹੁਣ ਜਿਹੜੀ ਲੋੜ ਹੈ, ਹੁਣ ਸਾਥ ਦੀ, ਏਕੇ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਬਾਈ ਜੀ। ਅਸੀਂ ਇਸ ਵਕਤ ਜਿਹੜਾ ਆ ਭੋਖੜੇ ਦੇ ਰਿਲਾਇੰਸ ਪੈਟਰੋਲ ਪੰਪ ਦੇ ਸਾਹਮਣੇ ਖੜੇ ਆ। ਅਸੀਂ ਜਾ ਰਹੇ ਸੀ ਤਾਂ ਦੇਖਿਆ ਕਿ ਬਾਈ ਹੋਰਾਂ ਨੂੰ ਕਵਰ ਕੀਤਾ ਜਾਵੇ, ਬਾਈ ਹੋਰਾਂ ਨੂੰ ਦਿਖਾਇਆ ਜਾਵੇ, ਕਿਉਂਕਿ ਇਹਨਾਂ ਦੀ ਹੌਸਲਾ ਅਫਜ਼ਾਈ ਹੁੰਦੀ ਆ ਯਾਰ। ਇਹਨਾਂ ਨੂੰ ਸਲਾਮ ਵੀ ਬਣਦਾ, ਸਲੂਟ ਬਣਦਾ। ਮੇਰੀ ਘੜੀ ਦੇ ਅਨੁਸਾਰ ਇਸ ਵਕਤ 8:40 ਹੋ ਚੁੱਕੇ ਆ, ਤੇ ਬਾਈ ਹੋਰੇ ਹਲੇ ਬੈਠੇ ਸੀ। ਤਾਂ ਬਾਈ ਹੋਰੇ ਕਹਿੰਦੇ ਸੀ ਕਿ ਮੱਛਰ ਵੀ ਸਾਨੂੰ ਖਾਂਦਾ, ਸਵੇਰੇ ਸਾਨੂੰ ਠੰਡ ਵੀ ਲੱਗਦੀ ਆ, ਪਰ ਅਸੀਂ ਇੱਥੇ ਬੈਠੇ ਆ ਕਿਉਂ? ਇੱਕ ਉਮੀਦ ਆ, ਇੱਕ ਆਸ ਆ ਕਿ ਯਾਰ ਸਾਡੇ ਹੱਕ ਸਾਨੂੰ ਮਿਲ ਜਾਣ। ਜਿਹੜੀਆਂ ਸਰਕਾਰਾਂ ਸਾਥੋਂ ਸਾਡੀਆਂ ਜ਼ਮੀਨਾਂ ਖੋਹ ਰਹੀਆਂ, ਉਹ ਸਾਡੀਆਂ ਹੀ ਰਹਿ ਜਾਣ, ਉਹ ਬਚ ਜਾਣ। ਕਿਉਂਕਿ ਇਹਨਾਂ ਲੋਕਾਂ ਦੇ ਕੋਲੇ ਜ਼ਮੀਨ ਤੋਂ ਬਿਨਾ ਹੋਰ ਕੁਝ ਵੀ ਨਹੀਂ, ਇਹ ਜ਼ਮੀਨ 'ਤੇ ਗੁਜ਼ਾਰਾ ਕਰਦੇ ਆ। ਸਰਕਾਰਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਸਰਕਾਰਾਂ ਧੱਕੇ ਕਰਦੀਆਂ ਸੀ, ਚੱਲੀ ਜਾਂਦਾ ਸੀ। ਪਰ ਹੁਣ ਬੇਅੰਤਾਂ ਦਾ ਬੜਾ ਵੱਡਾ ਧੱਕਾ ਹੋਣ ਲੱਗਿਆ, ਉਹ ਅਸੀਂ ਸਹਿਣ ਨਹੀਂ ਕਰਾਂਗੇ। ਨੌਜਵਾਨ ਵਰਗ, ਬਜ਼ੁਰਗ ਵਰਗ, ਜੋ ਵੀ ਪੀੜ੍ਹੀਆਂ ਨੇ, ਉਹ ਇਹੀ ਕਹਿੰਦੀਆਂ ਨੇ ਕਿ ਅਸੀਂ ਹੁਣ ਇੱਦਾਂ ਦੇ ਧੱਕੇ ਜਿਹੜੇ ਆ ਸਹਿਣ ਨਹੀਂ ਕਰਾਂਗੇ। ਹੁਣ ਤਾਂ ਪਾਣੀ ਜਿਵੇਂ ਕਹਿ ਦਈਏ ਸਿਰ ਦੇ ਉੱਪਰੋਂ ਦੀ ਟੱਪ ਗਿਆ। ਅਸੀਂ ਅੱਗੇ ਵੀ ਇਸ ਖਬਰ ਦੇ ਨਾਲ ਬਣੇ ਰਹਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ RMB ਟੈਲੀਵਿਜ਼ਨ। ਆਪਣੇ ਦੋਸਤ ਜਸ ਕਰੇਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।